ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਬरुण कौर मान। ਪ੍ਰੋਗਰਾਮ ਪੰਜਾਬ ਐਬਰੋਡ ਇੱਕ ਵਾਰੀ ਸਟੂਡੀਓ ਵਿੱਚ ਫਿਰ ਤੋਂ ਪਹੁੰਚੇ ਨੇ ਅਰਵਿੰਦਰਪਾਲ ਸਿੰਘ ਜੋ ਕਿ ਰਾਇਲ ਟਰੈਵਲਸ ਤੋਂ ਨੇ। बहुत बहुत स्वागत है। सत श्री अकाल मैम और सारे दर्शकों को प्यार भरी सत श्री अकाल। अजकल शुरू करते हैं कनेडा तो गल क्योंकि पंजाबियों का फेवरेट कैनेडा है, फेवरेट डेस्टिनेशन है। उत्थे वीज़ा का की रुझान चल रहा? मैम पिछले काफ़ी समय तो कैनेडा एक लीडिंग डेस्टिनेशन वजों असिस्ट कर रहा स्टूडेंट्स नूं, खास करके स्टूडेंट्स नूं। और साडे सब तो वध जिहड़े स्टूडेंट्स आ वो कैनेडा का ही रुख करते हैं जी। और अगर ਅਸੀਂ ਕੁਛ ਅੰਕੜਿਆਂ ਦੇ ਉੱਪਰ ਝਾਤੀ ਮਾਰੀਏ ਤਾਂ ਅਸੀਂ ਇਹ ਵੀ ਵੇਖਿਆ ਕਿ ਕੈਨੇਡਾ ਦੇ ਵਿੱਚ ਤਕਰੀਬਨ ਤੁਸੀਂ ਕਿਸੇ ਵੀ ਬੱਚੇ ਨੂੰ ਪੁੱਛੋ ਤਾਂ ਬਾਈ ਡਿਫਾਲਟ ਕੈਨੇਡਾ ਦਾ ਹੀ ਰੁਖ ਹੁੰਦਾ ਬਿਕੋਜ਼ ਸਟੂਡੈਂਟਸ ਨੂੰ ਇੱਕੋ ਇੱਕ ਸਮਝ ਹੈ ਔਰ ਇੱਕ ਛੋਟਾ ਜਿਹਾ ਫਾਰਮੂਲਾ ਬਣਿਆ ਹੋਇਆ 12 6 18 ਵਾਲਾ ਜੋ ਕਿ ਕੈਨੇਡਾ ਦੀ ਪਹਿਲੀ ਪਸੰਦ ਬਣ ਗਿਆ। ਉਹਦੇ ਵਿੱਚ ਕੀ ਇਹਦਾ ਸਿੱਧਾ ਸਿੱਧਾ ਮਤਲਬ ਕੀ ਆ ਕਿ 12 ਪੜ੍ਹਿਆ ਸਟੂਡੈਂਟ 6 ਬੈਂਡ ਚਾਹੀਦੇ ਆ, 18 ਸਾਲ ਦੀ ਉਮਰ ਹੈ ਔਰ ਇਹ ਕੈਨੇਡਾ ਦੀ ਪਹਿਲੀ ਪਸੰਦ ਬਣ ਗਿਆ। ਔਰ ਆਬਵੀਅਸਲੀ ਪੇਰੈਂਟਸ ਬਹੁਤ ਫਿਕਰ ਕਰਦੇ ਸੀ ਬੱਚੇ ਸਕੂਲਾਂ ਤੋਂ ਬਾਅਦ ਕਾਲਜਾਂ 'ਚ ਜਾ ਕੇ 4-4 ਮਾਸਟਰਸ ਕਰਕੇ ਵੀ ਜਿਹੜਾ ਉਹ ਸਵਾਲ ਹੁੰਦਾ ਸੀ ਕਿ ਗਾਂ ਕੀ ਕਰਨਾ ਪਤਾ ਨਹੀਂ, ਦੇਖੀ ਜਾਊ। ਸੋ ਉਹਦਾ ਵੀ ਜਵਾਬ ਕਿਤੇ ਨਾ ਕਿਤੇ ਕੈਨੇਡਾ ਨੇ ਬਖੂਬੀ ਦਿੱਤਾ ਹੈ। ਸੋ ਸਾਡੀਆਂ ਇਸ ਟਾਈਮ ਮੈਕਸੀਮਮ ਐਪਲੀਕੇਸ਼ਨਸ ਜਿਹੜੀਆਂ ਪੰਜਾਬ ਤੋਂ ਲੱਗਦੀਆਂ ਨੇ ਉਹ ਸਿਰਫ ਤੇ ਸਿਰਫ ਕੈਨੇਡਾ ਨੂੰ ਹੀ ਲੱਗਦੀਆਂ ਹੈ। ਔਰ ਅਗਰ ਤੁਹਾਡਾ ਨਾਲ ਥੋੜਾ ਮੈਂ ਅਗਰ ਅੰਕੜੇ ਕੋਈ ਸਾਂਝੇ ਕਰਾਂ, 2 ਵੀਕ ਪਹਿਲਾਂ ਇੱਕ ਏਜੰਸੀ ਦਾ ਲੋਕਲ ਸਰਵੇ ਸੀਗਾ ਕਿ ਜਿੰਨੇ ਪੰਜਾਬ ਦੇ ਸਟੂਡੈਂਟਸ ਨੇ ਜੀ ਉਹਦੇ ਚੋਂ 92% ਸਟੂਡੈਂਟਸ ਕੈਨੇਡਾ ਦਾ ਰੁਖ ਕਰਨਾ ਚਾਹੁੰਦੇ ਆ ਜਾਂ ਬਾਹਰਲੇ ਮੁਲਕਾਂ ਦਾ ਰੁਖ ਕਰਨਾ ਚਾਹੁੰਦੇ ਆ ਜੀ। ਔਰ ਇਹ ਤਾਂ ਸੀ ਚਾਹਤ। ਹੁਣ ਜਿਹੜੇ ਐਕਚੁਅਲ ਅੰਕੜੇ ਨੇ ਕੈਨੇਡਾ ਦੇ ਵਿੱਚ ਜਿੰਨੇ ਵੀ ਸਟੂਡੈਂਟਸ ਆਲ ਓਵਰ ਦੀ ਵਰਲਡ ਕਿਤੇ ਵੀ ਜਾਂਦੇ ਨੇ ਜੀ ਉਹਦੇ ਵਿੱਚ ਇੰਡੀਆ ਦਾ ਇੱਕ ਸਪੈਸ਼ਲ ਕੋਟਾ ਆ ਜੋ ਕਿ ਆਲਮੋਸਟ ਬਾਕੀ ਮੁਲਕਾਂ ਦੇ ਬਰਾਬਰ ਹੈ ਜਾਂ ਬਾਕੀ ਮੁਲਕਾਂ ਤੋਂ ਕਿਤੇ ਵੱਧ ਆ ਜੀ। ਸੋ ਉਸ ਕੋਟੇ ਦੇ ਵਿੱਚ ਵੀ ਅਗਰ ਅਸੀਂ ਪੂਰੇ ਇੰਡੀਆ ਦੀ ਗੱਲ ਕਰੀਏ ਤੇ 60% ਜਿਹੜੇ 60% ਦੀ ਬੱਚੇ ਇਕੱਲੇ ਪੰਜਾਬ ਦੇ ਆ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀ ਪਹਿਲੀ ਪਸੰਦ ਕੈਨੇਡਾ ਦੀ ਪੰਜਾਬੀਆਂ ਦੀ ਉਹ ਕੈਨੇਡਾ ਹੀ ਹੈ। ਔਰ ਪਿੱਛੇ ਜੇ 1.5-2 ਸਾਲ ਤੋਂ ਤਕਰੀਬਨ ਰਿਜ਼ਲਟਸ ਨਹੀਂ ਵੀ ਆ ਰਹੇ ਸੀ ਬਟ ਉਹਦੇ ਬਾਵਜੂਦ ਵੀ ਬਹੁਤ ਸਾਰੀਆਂ ਐਪਲੀਕੇਸ਼ਨਸ ਕੈਨੇਡਾ ਦੀਆਂ ਲਗਾਤਾਰ ਹੀ ਲੱਗਦੀਆਂ ਰਹੀਆਂ। ਕਿੰਨੇ ਕੁ ਜਣਿਆਂ ਦੇ ਰਿਫਿਊਜ਼ ਹੋ ਚੁੱਕਿਆ ਹੁਣ ਤੱਕ ਵੀਜ਼ਾ? ਆਪਾਂ ਨੂੰ ਤਾਂ ਇਹੀ ਲੱਗਦਾ ਕਿ ਕੈਨੇਡਾ ਦਾ ਈਜ਼ੀਲੀ ਲੱਗ ਜਾਂਦਾ ਪਰ ਰਿਫਿਊਜ਼ ਵੀ ਬਹੁਤ ਨਹੀਂ। ਕੈਨੇਡਾ 'ਚ ਐਤਕੀ ਬਹੁਤ ਰਿਫਿਊਜ਼ਲਸ ਆਏ ਆ ਕੈਨੇਡਾ ਦੇ ਵਿੱਚ ਬਿਕੋਜ਼ ਕੈਨੇਡਾ ਨੇ ਕਦੀ ਕੁਆਲਿਟੀ ਕੰਪਰੋਮਾਈਜ਼ ਨਹੀਂ ਕੀਤਾ। ਕੈਨੇਡਾ ਦੇ ਵਿੱਚ ਮੈਥਮੈਟੀਕਲ ਤਰੀਕਾ ਆ ਐਪਲੀਕੇਸ਼ਨ ਲੈਣ ਦਾ, ਜਿੱਦਾਂ ਤੁਹਾਨੂੰ 12 6 18 ਦੱਸਿਆ। ਸੋ ਕਈ ਸਟੂਡੈਂਟਸ ਦੇ ਪਰਸੈਂਟੇਜ ਘੱਟ ਹੈ, ਕਈ ਸਟੂਡੈਂਟਸ ਦੇ ਇੱਕ ਦੇ 'ਚ 5.5 ਸਕੋਰ ਨੇ, ਓਵਰਆਲ 6 ਜ਼ਰੂਰ ਹੈਗੇ ਬਟ ਇੱਕ ਜਾਂ 2 ਮੋਡਿਊਲਸ ਦੇ ਵਿੱਚੋਂ 6 ਸਕੋਰ ਨਹੀਂ ਹੈਗੇ, 6 ਓਵਰਆਲ ਨਹੀਂ ਹੈਗਾ। ਸੋ ਜਿਨ੍ਹਾਂ ਦੇ ਕੁਆਲਿਟੀ ਵਾਲਾ ਕੰਪਰੋਮਾਈਜ਼ ਸੀਗਾ ਉਹਨਾਂ ਸਟੂਡੈਂਟਸ ਵੀਜ਼ਾਸ ਰਿਫਿਊਜ਼ ਹੋਏ ਆ। ਔਰ ਇਹਦੇ ਬਾਵਜੂਦ ਵੀ ਬਿਕੋਜ਼ ਕੰਸਲਟੈਂਟਸ ਦੀ ਭਰਮਾਰ ਹੋ ਗਈ ਇੱਕ ਤਰੀਕੇ ਨਾਲ ਔਰ ਜਿਹੜੀਆਂ ਐਪਲੀਕੇਸ਼ਨਸ ਲੱਗਦੀਆਂ ਨੇ ਉਹ ਮਤਲਬ ਦੜਾ ਲੱਗਦੀਆਂ ਜਾਂਦੀਆਂ। ਸੋ ਕਿਸੇ ਟਾਈਮ ਤੇ ਜਿਹੜੀ ਇੱਕ ਅਕੈਡਮਿਕ ਪ੍ਰੋਗਰੈਸ਼ਨ ਦਾ ਖਿਆਲ ਰੱਖਣਾ ਹੁੰਦਾ ਵੀਜ਼ਾਸ ਲੈਣ ਲਈ ਉਹ ਪ੍ਰੋਫੈਸ਼ਨਲੀ ਮਿਸ ਹੋ ਜਾਂਦੀ ਹੈ ਜੀ। ਸੋ ਉਹਨਾਂ ਸਟੂਡੈਂਟਸ ਨੂੰ ਬਹੁਤ ਖਮਿਆਜਾ ਭੁਗਤਣਾ ਪਿਆ। ਸੋ ਜਿਨ੍ਹਾਂ ਨੇ ਚੰਗੀਆਂ ਕੰਪਨੀਆਂ ਨਾਲ ਫਾਈਲ ਕੀਤੇ, ਚੰਗੇ ਪ੍ਰੋਫੈਸ਼ਨਲਸ ਨਾਲ ਫਾਈਲ ਕੀਤੇ, ਉਹਨਾਂ ਸਭ ਦੇ ਰਿਜ਼ਲਟਸ ਪੋਜ਼ਿਟਿਵ ਨੇ। ਔਰ ਸਟੂਡੈਂਟਸ ਦੇ 5-5 7-7 ਵਾਰੀ ਰਿਫਿਊਜ਼ਲਸ ਨੇ। ਹਾਂ ਕਈਆਂ ਦੇ ਉੱਚੋਂ ਬਾਅਦ ਵੀ ਇੱਕਾ ਦੁੱਕਾ ਕਿਤੇ ਤੇ ਵੀਜ਼ਾ ਆਇਆ, ਮਾਰਕੀਟਿੰਗ ਹੋ ਗਈ। ਸੋ ਬਹੁਤ ਸਾਰੇ ਸਟੂਡੈਂਟਸ ਨੂੰ ਇਹ ਲੱਗਦਾ ਕਿ ਸ਼ਾਇਦ 6-6 7-7 ਵਾਰੀ ਰਿਫਿਊਜ਼ਲ ਤੋਂ ਬਾਅਦ ਵੀ ਅਸੀਂ ਕੈਨੇਡਾ ਦੇ ਵਿੱਚ ਵੀਜ਼ਾ ਲੈ ਜਾਣਾ। ਔਰ ਨਾ ਹੀ ਸਟੂਡੈਂਟਸ ਨੂੰ ਕੋਈ ਐਡਵਾਈਸ ਕਰਨ ਵਾਲਾ ਨਾ ਗਾਈਡ ਕਰਨ ਵਾਲਾ। ਸੋ ਇਹ ਕੰਟੀਨਿਊਸਲੀ ਉਹੀ ਭੇਡ ਚਾਲ ਲੱਗੀ ਹੋਈ ਹੈ ਔਰ ਸਟੂਡੈਂਟਸ ਇਹਦੇ 'ਚ ਆਪਣਾ ਪੈਸਾ ਬਰਬਾਦ ਕਰ ਰਹੇ ਨੇ। ਕਾਰਨ ਕੀ ਹੈ ਕਿ ਬਾਰ-ਬਾਰ ਰਿਫਿਊਜ਼ਲ ਆਉਂਦੀ ਹੈ? ਅਸੀਂ ਕੈਨੇਡਾ ਨੂੰ ਹੀ ਅਪਲਾਈ ਕਰਦੇ ਹਾਂ, ਅਸੀਂ ਯੂਐਸ ਜਾਂ ਹੋਰ ਕਿਸੇ ਕੰਟਰੀ ਲਈ ਅਪਲਾਈ ਨਹੀਂ ਕਰਦੇ ਕੈਨੇਡਾ ਤੋਂ ਇਲਾਵਾ। ਇਹ ਮੈਮ ਇੱਕ ਤੇ ਦਾ ਵੇ ਵੀ ਆਰ ਬ੍ਰੌਟ ਅਪ ਸਾਨੂੰ ਹਮੇਸ਼ਾ ਇਹੀ ਲੱਗਦਾ ਕਿ ਕੈਨੇਡਾ ਮੀਨਸ ਇਕਲੌਤਾ ਮੁਲਕ ਆ ਜਿੱਥੇ ਪੰਜਾਬ ਤੋਂ ਜਾਣਾ ਤਾਂ ਇਕੱਲਾ ਕੈਨੇਡਾ ਹੀ ਹੈ ਜੀ। ਔਰ ਯੂਐਸ ਨੂੰ ਜਦੋਂ ਵੀ ਐਜੂਕੇਸ਼ਨ ਦੀ ਗੱਲ ਆਉਂਦੀ ਹੈ, ਹਾਲਾਂਕਿ ਯੂਐਸ ਪਹਿਲਾ ਕੰਟਰੀ ਆ ਐਜੂਕੇਸ਼ਨ ਦੇ ਮਾਮਲੇ 'ਚ, ਪਰ ਯੂਐਸ ਵਾਲੇ ਸਟੂਡੈਂਟਸ ਨੂੰ ਜਾਂ ਕਿਤੇ ਸਾਡੇ ਸਟੂਡੈਂਟ ਡਰ ਜਾਂਦੇ ਨੇ ਕਿ ਮੇਰਾ ਮੈਂ 6 ਬੈਂਡ ਤਾਂ ਬੋਲ ਕੇ ਲੈ ਲੇ ਪਰ ਮੇਰੇ ਕੋਲ ਐਮਬੈਸੀ 'ਚ ਨਹੀਂ ਬੋਲਿਆ ਜਾਣਾ। ਦੂਸਰਾ ਇਹ ਹੈ ਕਿ ਜਿਹੜਾ ਹਾਰਟ ਵਾਲਾ ਡਾਕਟਰ ਬਾਰ-ਬਾਰ ਹਾਰਟ ਦਾ ਹੀ ਆਪਰੇਸ਼ਨ ਕਰ ਰਿਹਾ। ਸੋ ਕਿਉਂਕਿ ਕੰਸਲਟੈਂਟਸ ਦੀ ਜਿਹੜੀ ਸਭ ਤੋਂ ਵੱਡੀ ਲੌਬੀ ਹੈ ਉਹ ਕੈਨੇਡਾ ਨੂੰ ਡੀਲ ਕਰਦੀ ਹੈ। ਸੋ ਇਸ ਕਰਕੇ ਸਟੂਡੈਂਟਸ ਨੂੰ ਐਜੂਕੇਟ ਹੀ ਕੀਤਾ ਜਾਂਦਾ ਕਿ ਕੈਨੇਡਾ ਹੀ ਬਾਰ-ਬਾਰ ਲਾਓ, ਕੈਨੇਡਾ ਹੀ ਬਾਰ-ਬਾਰ ਲਾਓ। ਔਰ ਸਟੂਡੈਂਟਸ ਦਾ ਬਹੁਤ ਮਤਲਬ ਜਿਹਨੂੰ ਕਹਿੰਦੇ ਅਸੀਂ ਮਾਲੀ ਨੁਕਸਾਨ ਹੁੰਦਾ, ਬਹੁਤ ਜ਼ਿਆਦਾ ਮੋਨਿਟਰੀ ਲਾਸ ਸਟੂਡੈਂਟਸ ਦਾ ਹੈਗਾ। ਔਰ ਜਦੋਂ ਯੂਐਸ ਦੀ ਵਾਰੀ ਆਉਂਦੀ ਬਹੁਤ ਸਾਰੀਆਂ ਯੂਐਸ ਦੀਆਂ ਯੂਨੀਵਰਸਿਟੀਜ਼ ਏਜੰਟਸ ਨੂੰ ਕਮਿਸ਼ਨ ਪੇ ਨਹੀਂ ਕਰਦੀਆਂ। ਸੋ ਇਸ ਕਰਕੇ ਉਹਨਾਂ ਨੂੰ ਐਜੂਕੇਟ ਕਰਨਾ, ਉਹਦੇ ਬਾਰੇ ਦੱਸਣਾ ਇਹ ਵੀ ਕਿਤੇ ਨਾ ਕਿਤੇ ਜ਼ਰੂਰੀ ਨਹੀਂ ਸਮਝਿਆ ਜਾਂਦਾ। ਔਰ ਬਹੁਤ ਸਾਰੇ ਸਾਡੇ ਕੋਲ ਸਟੂਡੈਂਟਸ ਆਉਂਦੇ ਆ ਜਿਨ੍ਹਾਂ ਨੂੰ ਅਸੀਂ ਪਹਿਲੀ ਵਾਰੀ ਹੀ ਯੂਐਸ ਦਾ ਰੁਖ ਕਰਦੇ ਹਾਂ ਬਿਕੋਜ਼ ਸਾਡੇ ਕੋਲ ਸਿੰਪਲ ਫਾਰਮੂਲਾ ਹੈ
ਅਗਰ ਯੰਗ ਸਟੂਡੈਂਟ ਆ, ਰੀਸੈਂਟ ਪਾਸ ਆਊਟ ਆ, ਓਵਰਆਲ 6 ਹੈਗੇ ਆ ਔਰ ਕਿਸੇ ਪਾਸਿਓਂ ਕਮੀ ਨਹੀਂ ਹੈਗੀ, ਯੈਸ ਉਹਦੀ ਪਹਿਲੀ ਪ੍ਰਾਇੋਰਟੀ ਕੈਨੇਡਾ ਹੋਏਗੀ। ਬਟ ਅਗਰ ਤੁਹਾਡੇ 'ਚ ਕਿਸੇ ਵੀ ਚੀਜ਼ ਦਾ ਕੰਪਰੋਮਾਈਜ਼ ਆ, ਸਟੂਡੈਂਟ ਦਾ 5-7 ਸਾਲ ਦਾ ਗੈਪ ਆ, ਸਟੂਡੈਂਟ ਦੇ ਕੋਲ ਓਵਰਆਲ 6 ਹੈਗੇ ਬਟ 1 ਜਾਂ 2 ਚੋਂ 5.5 ਸਕੋਰ ਨੇ, ਸੋ ਉਹਨੂੰ ਅਸੀਂ ਕਦੀ ਵੀ ਪ੍ਰੈਫਰ ਨਹੀਂ ਕਰਦੇ ਕਿ ਤੁਸੀਂ ਕੈਨੇਡਾ ਦਾ ਰੁੱਖ ਕਰੋ। ਸੋ ਇਹ ਵਾਲੀਆਂ ਐਪਲੀਕੇਸ਼ਨਸ USA ਲਈ ਜ਼ਬਰਦਸਤ ਐਪਲੀਕੇਸ਼ਨਸ ਨੇ। ਓਕੇ। ਬਿਕੋਜ਼ ਬਹੁਤ ਸਾਰੀਆਂ ਯੂਨੀਵਰਸਿਟੀਜ਼ ਅਗਰ ਸਟੂਡੈਂਟਸ ਦੇ ਕੋਲ ਐਕਸਪੀਰੀਅੰਸ ਨਹੀਂ ਹੈਗਾ, ਵਰਕਿੰਗ ਐਕਸਪੀਰੀਅੰਸ ਨਹੀਂ ਹੈਗਾ, ਤਜਰਬਾ ਨਹੀਂ ਹੈਗਾ, ਉਹਨਾਂ ਨੂੰ ਐਡਮਿਸ਼ਨ ਨਹੀਂ ਦਿੰਦੀਆਂ। ਕਿਉਂਕਿ ਇੰਡੀਆ ਦੇ ਵਿੱਚ ਇੱਕ ਕਲਚਰ ਹੈ ਕਿ ਵੀ ਕੀਪ ਔਨ ਐਡਿੰਗ ਡਿਗਰੀਜ਼ ਅੰਡਰ ਆਵਰ ਬੈਲਟ, ਕਿ ਅਸੀਂ ਇੱਕ ਤੋਂ ਬਾਅਦ ਇੱਕ ਡਿਗਰੀਜ਼, ਮਤਲਬ ਬੈਚਲਰਸ, ਮਾਸਟਰਸ, ਅਨਦਰ ਮਾਸਟਰਸ। ਸੋ ਸਾਨੂੰ ਇਹ ਲੱਗਦਾ ਕਿ ਸ਼ਾਇਦ ਜ਼ਿਆਦਾ ਪੜ੍ਹਿਆ ਲਿਖਾ ਹੋਣਾ ਜ਼ਿਆਦਾ ਲਿਆਕਤ ਦਾ ਸਬੂਤ ਹੈ ਔਰ ਉਹਦੇ ਨਾਲ ਡਿਗਰੀਜ਼ ਐਡ ਆਨ ਕਰੀ ਚੱਲੋ। ਸੋ ਇਹ ਸਾਡੇ ਕਰੀਅਰ ਦੇ ਵਿੱਚ ਕਿੱਥੇ ਫਿੱਟ ਬੈਠਦੀਆਂ ਨਹੀਂ, ਸਾਨੂੰ ਇਹਦਾ ਵੀ ਕੋਈ ਮਤਲਬ ਹੀ ਨਹੀਂ ਪਤਾ ਇਸ ਗੱਲ ਦਾ। ਔਰ ਇਹੀ ਕਾਰਨ ਹੈ ਕਿ ਤੁਸੀਂ ਕਾਲਜ ਸਕੂਲ ਕਿਸੇ ਜਾ ਕੇ ਪੁੱਛੋ ਕਿ ਬੱਚੇ ਨੇ ਵੱਡੇ ਹੋ ਕੇ ਕਰਨਾ ਕੀ ਆ, ਜਾਂ ਤੇ ਕੈਨੇਡਾ ਦਾ ਨਾਮ ਆਏਗਾ ਤੇ ਜਾਂ ਕੋਈ 3-4 ਡਿਗਰੀਜ਼ ਕਰ ਗਿਆ, ਉਹਨੂੰ ਪੁੱਛੋਗੇ ਕੋਈ ਜੇ ਦੇਖਦੇ ਆ ਨਹੀਂ, ਪਤਾ ਨਹੀਂ, ਹਾਲੇ ਪਤਾ ਨਹੀਂ ਹੈ ਜੀ। ਸੋ ਇਹ ਸਾਨੂੰ ਹਾਲੇ ਪ੍ਰੈਕਟੀਕਲੀ ਸੋਚਣਾ ਹਾਲੇ ਆਉਂਦਾ ਨਹੀਂ ਹੈ। ਸੋ ਜਿਹੜੀਆਂ US ਦੀਆਂ ਯੂਨੀਵਰਸਿਟੀਜ਼ ਆ, ਉੱਥੇ ਅਗਰ ਤੁਸੀਂ ਸਟੂਡੈਂਟ ਨੂੰ ਰეკਮੈਂਡ, ਅਗਰ ਉਹਦਾ ਪ੍ਰੀਵੀਅਸ ਐਜੂਕੇਸ਼ਨ ਇੰਸਟੀਟਿਊਸ਼ਨ ਉਹਨੂੰ ਰეკਮੈਂਡ ਨਹੀਂ ਕਰਦਾ, ਉਹਨੂੰ ਦਾਖਲਾ ਨਹੀਂ ਮਿਲਦਾ। ਅਗਰ ਸਟੂਡੈਂਟ ਦੇ ਕੋਲ ਤਜਰਬਾ ਨਹੀਂ ਹੁੰਦਾ, ਮਾਸਟਰਸ ਵਰਗੇ ਸਬਜੈਕਟ ਲਈ ਸਟੂਡੈਂਟ ਨੂੰ ਦਾਖਲਾ ਨਹੀਂ ਮਿਲਦਾ। ਸੋ US ਬਹੁਤ ਪ੍ਰੈਕਟੀਕਲ ਐਜੂਕੇਸ਼ਨ ਹੈ। US ਦੇ ਵਿੱਚ ਕਰੀਅਰਸ ਕੈਨੇਡਾ ਤੋਂ ਬਿਲਕੁਲ ਡਿਫਰੈਂਟ ਹੈ। ਕੈਨੇਡਾ ਦੇ ਵਿੱਚ ਕੀ ਹੈ ਕਿ ਮੈਜੋਰਟੀ ਆਫ ਦਾ ਜਿਹੜੇ ਸਟੂਡੈਂਟਸ ਆ ਉਹ ਜਾਂਦੇ ਨਾ ਕਿਤੇ ਸਟੀਅਰਿੰਗ ਨੂੰ ਹੱਥ ਜ਼ਰੂਰ ਪੈਂਦਾ ਹੈ, ਕਿਸੇ ਨਾ ਕਿਸੇ ਸਮੇਂ ਟਰਾਲਾ ਜ਼ਰੂਰ ਚਲਾਉਣਾ ਹੁੰਦਾ ਹੈ। ਸੋ ਐਜੂਕੇਸ਼ਨ ਦਾ ਤੁਹਾਡੇ ਕਰੀਅਰ ਨਾਲ ਬਹੁਤ ਜ਼ਿਆਦਾ ਸਿੱਧਾ ਸੰਬੰਧ ਨਹੀਂ ਹੈਗਾ। ਬਟ US ਵਾਲੇ ਪਾਸੇ ਤੁਸੀਂ ਵੇਖੋਗੇ, ਅਗਰ ਤੁਸੀਂ ਯੂਨੀਵਰਸਿਟੀ ਗ੍ਰੈਜੂਏਟ ਹੋ ਔਰ ਉਹਦੇ ਨਾਲ ਤੁਹਾਡਾ ਕਰੀਅਰ ਇੱਕ ਅਲੱਗ ਹੀ ਮੁਕਾਮ ਦੇ ਉੱਪਰ ਡਿਫਾਈਨ ਹੁੰਦਾ ਹੈ। ਸੋ ਇਹ ਬਹੁਤ ਵੱਡਾ ਡਿਫਰੈਂਸ ਹੈ। ਇੱਕ ਵਾਰੀ ਜਦੋਂ ਵੀਜ਼ਾ ਰਿਫਿਊਜ਼ ਹੋ ਗਿਆ ਕੈਨੇਡਾ ਦੇ ਲਈ, ਤੇ ਆਪਾਂ ਕਿੰਨੀ ਵਾਰੀ ਦੁਬਾਰਾ ਅਪਲਾਈ ਕਰ ਸਕਦੇ ਹਾਂ? ਮੈਮ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਪ੍ਰੀਵੀਅਸ ਐਪਲੀਕੇਸ਼ਨ 'ਚ ਕੋਈ ਕਮੀ ਛੱਡੀ ਸੀ, ਤੁਹਾਨੂੰ ਲੱਗ ਰਿਹਾ ਕਿ ਉਹਦੇ 'ਚ ਮੇਰਾ ਕੋਈ ਸਕੋਰ ਘੱਟ ਸੀ ਜਾਂ ਮੇਰਾ ਪ੍ਰੋਗਰਾਮ ਮੈਂ ਸਹੀ ਨਹੀਂ ਲਿਆ ਸੀ, ਸੋ ਫਿਰ ਤੁਸੀਂ ਐਪਲੀਕੇਸ਼ਨ ਨੂੰ ਦੁਬਾਰਾ ਲਾ ਸਕਦੇ ਹੋ। ਬਟ ਜਦੋਂ ਤੁਸੀਂ ਕਹੋ ਕਿ ਮੈਂ ਬੈਸਟ ਐਪਲੀਕੇਸ਼ਨ ਲਾਈ ਆ, ਮੈਂ ਕੋਈ ਕਸਰ ਨਹੀਂ ਛੱਡੀ ਔਰ ਮੇਰਾ ਪ੍ਰੋਫਾਈਲ ਵੀਕ ਆ, ਆਈ ਡੋਂਟ ਰეკਮੈਂਡ ਕਿ ਤੁਹਾਨੂੰ ਪਹਿਲੀ ਵਾਰੀ ਵੀ ਐਪਲੀਕੇਸ਼ਨ ਲਾਉਣੀ ਚਾਹੀਦੀ ਹੈ। ਓਕੇ। ਬਿਕੋਜ਼ US ਦੇ ਵਿੱਚ ਤੁਸੀਂ ਜਾ ਕੇ ਬੋਲ ਕੇ ਵਕੀਲ ਵਜੋਂ ਆਪਣਾ ਕੇਸ ਪ੍ਰੈਜ਼ੈਂਟ ਕਰ ਸਕਦੇ ਹੋ, ਵਕੀਲ ਨਾਲ ਗੱਲਬਾਤ ਵਕੀਲ ਐਜ਼ ਏ ਵੀਜ਼ਾ ਆਫੀਸਰ ਨਾਲ ਗੱਲਬਾਤ ਕਰ ਸਕਦਾ ਹੈ। ਬਟ ਕੈਨੇਡਾ ਦੇ ਵਿੱਚ ਸਿਰਫ ਮੈਥਮੈਟਿਕਸ ਹੈ ਕਿ ਇਕੱਲੇ ਡਾਕੂਮੈਂਟਸ ਜਾਂਦੇ ਆ ਜੀ ਔਰ ਵੀਜ਼ਾ ਪ੍ਰੋਸੈਸ ਹੋ ਕੇ ਆ ਜਾਂਦਾ ਹੈ ਜੀ। ਸੋ ਉਹਦੇ 'ਚ ਵੀਜ਼ਾ ਆਫੀਸਰ ਨੂੰ ਲੱਗਦਾ ਕਿ ਇਹ ਚੀਜ਼ ਘੱਟ ਆ, ਇਹ ਚੀਜ਼ ਪੂਰੀ ਨਹੀਂ ਹੈ, ਤਾਂ ਉਹ ਫਰਦਰ ਅੱਗੇ ਸੋਚਦਾ ਨਹੀਂ ਹੈ। US ਵਾਲੇ ਪਾਸੇ ਵਿੱਚ ਵੀਜ਼ਾ ਆਫੀਸਰ ਤੁਹਾਡੇ ਨਾਲ ਗੱਲਬਾਤ ਕਰ ਲੇਗਾ ਕਿ ਤੁਹਾਡੇ 'ਚ ਇਸ ਚੀਜ਼ ਦੀ ਕਮੀ ਕਿਉਂ ਆ ਔਰ ਇਹਦੇ ਬਾਵਜੂਦ ਤੁਸੀਂ ਹਾਇਰ ਐਜੂਕੇਸ਼ਨ ਲਈ ਜਾ ਰਹੇ ਹੋ, ਇਹਦਾ ਫਾਇਦਾ ਕੀ ਆ। ਸੋ ਸਟੂਡੈਂਟ ਆਪਣਾ ਪੱਖ ਰੱਖ ਸਕਦਾ ਔਰ ਸਟੂਡੈਂਟ ਅਗਰ ਪੋਜ਼ਿਟਿਵਲੀ ਬੋਲ ਰਿਹਾ ਤਾਂ ਯੈਸ ਹੀ ਇਜ਼ ਦਾ ਐਲੀਜੀਬਲ ਗਾਇ ਜਿਹਨੂੰ US ਦਾ ਵੀਜ਼ਾ ਮਿਲਦਾ ਆ ਜੀ। ਜਦੋਂ ਅਸੀਂ ਓਵਰਆਲ ਵਰਲਡ ਦੀ ਗੱਲ ਕਰਦੇ ਹਾਂ, ਬਹੁਤ ਸਾਰੀਆਂ ਕੰਟਰੀਜ਼ ਤੋਂ ਬੜੇ ਲੋਕਾਂ ਨੂੰ ਰਿਫਿਊਜ਼ਲਸ ਆ ਜਾਂਦੇ ਆ, ਫਿਰ ਵੀ ਇੱਕ ਕੰਟਰੀ ਲਈ ਬਾਰ-ਬਾਰ ਟਰਾਈ ਕਰਦੇ ਰਹਿੰਦੇ ਆ। ਕੋਈ ਕਾਰਨ ਹੁੰਦੇ ਆ ਹਰ ਕਿਸੇ ਦੇ ਇੱਕ ਕੰਟਰੀ 'ਚ ਜਾਣ ਦੇ, ਪਰ ਉਹਨਾਂ ਨੂੰ ਬਾਰ-ਬਾਰ ਇੱਕ ਕੰਟਰੀ ਵਿੱਚ ਅਪਲਾਈ ਕਰਨ ਦੀ ਜਗ੍ਹਾ ਕਿਸੇ ਹੋਰ ਕੰਟਰੀ ਵੱਲ ਰੁਖ ਕਰਨਾ ਚਾਹੀਦਾ। ਮੈਮ ਯੈਸ, ਸਟੂਡੈਂਟਸ ਬੇਸਿਕਲੀ ਕੀ ਹੈ ਕਿ ਸਟੂਡੈਂਟਸ ਹਾਲੇ ਯੰਗ ਨੇ ਔਰ ਇਹ ਰਿਸਰਚ ਦੇ ਉੱਪਰ ਘੱਟ ਆਉਂਦੇ ਨੇ। ਸਟੂਡੈਂਟਸ ਐਕਚੁਅਲੀ ਦੇ ਡੋਂਟ ਗੈਟ ਇਨਟੂ देयर ਓਨ ਡਿਲੀਜੈਂਸ, ਰਿਸਰਚ ਕਰਨਾ, ਫਰਦਰ ਪੜ੍ਹਨਾ, ਕੋਰਸ ਕੰਟੈਂਟਸ, ਮੋਡਿਊਲਸ, ਕਰੀਅਰਸ, ਇਹ ਸਟੂਡੈਂਟਸ ਨੂੰ ਲੱਗਦਾ ਹਾਲੇ ਸਾਡਾ ਸਬਜੈਕਟ ਨਹੀਂ ਹੈਗਾ ਜੀ। ਬਿਕੋਜ਼ ਇਹ ਉਹੀ ਕਹਾਣੀ ਹੈ ਕਿ ਇਹਦੇ 'ਚ ਕੀ ਪੜ੍ਹੋਗੇ ਔਰ ਬੱਚੇ ਅੱਗੇ ਜਵਾਬ ਜਿਹੜੇ ਦਿੰਦੇ ਨੇ ਕਿ ਇਹ ਤਾਂ ਉੱਥੇ ਜਾ ਕੇ ਪਤਾ ਲੱਗੇਗਾ। ਸੋ ਉਹ US ਵਾਲੇ ਸਟੂਡੈਂਟ ਨਹੀਂ ਹੈਗੇ ਜੀ। ਸੋ ਜਿਹੜੇ ਸਟੂਡੈਂਟਸ ਨੂੰ ਪਤਾ ਮੈਂ ਪੜ੍ਹਨਾ ਕੀ ਆ, ਮੈਂ ਇਹਨੂੰ ਅਗਰ ਰਿਸਰਚ ਵਾਂਗੂ ਲਿਆ ਹੈ ਕਿ ਮੈਂ ਆਪਣੀ ਬੇਸਿਕ ਐਜੂਕੇਸ਼ਨ ਖਤਮ ਕੀਤੀ, ਉਸ ਤੋਂ ਬਾਅਦ ਮੈਨੂੰ 2-4 ਸ਼ਾਈਨਿੰਗ ਕਰੀਅਰਸ ਦਿਸਦੇ ਆ ਕਿ ਮੈਂ ਇਸ ਮੁਕਾਮ ਦੇ ਉੱਪਰ ਪਹੁੰਚਣਾ ਆ। ਸੋ ਅਗਰ ਤੁਹਾਨੂੰ ਲੱਗਦਾ ਕਿ ਉਹਦੇ 'ਚ ਐਜੂਕੇਸ਼ਨ ਦੀ ਲੋੜ ਹੈ ਔਰ ਤੁਸੀਂ ਰਿਸਰਚ ਕਰਦੇ ਹੋ, ਫਿਰ ਚਾਹੇ ਉਹ ਕੈਨੇਡਾ ਹੋਵੇ, ਚਾਹੇ UK ਹੋਵੇ, ਚਾਹੇ USA ਹੋਵੇ, ਅਗਰ ਤੁਸੀਂ ਰਿਸਰਚ ਓਰੀਐਂਟਡ ਸਟੂਡੈਂਟ ਹੋ ਫਿਰ ਵੀਜ਼ਾਸ ਲੈਣੇ ਮੁਸ਼ਕਲ ਨਹੀਂ ਹੈ ਜੀ। ਬਟ ਸਾਡੇ ਸਟੂਡੈਂਟਸ ਦਾ ਰੁਝਾਨ, ਪੇਰੈਂਟਸ ਦਾ ਰੁਝਾਨ ਕਿਤੇ ਨਾ ਕਿਤੇ ਇੰਪਲੋਏਬਿਲਟੀ ਵੱਲ ਜ਼ਿਆਦਾ ਹੈ। ਅਸੀਂ ਇਹੀ ਵੇਖਦੇ ਹਾਂ ਕਿ ਬੱਚੇ ਤੇ ਹੁਣ ਪੈਸੇ ਲਾ ਕੇ ਇਹਨੂੰ ਕੋਈ ਕਾਰੋਬਾਰ ਖੋਲ ਕੇ ਦਈਏ ਜਾਂ ਬੱਚੇ ਤੇ ਪੈਸੇ ਲਾ ਕੇ ਬਾਹਰ ਭੇਜ ਦਈਏ। ਸੋ ਹੁਣ ਤਾਂ ਤੁਸੀਂ ਵੇਖੋ ਵੀ ਅੱਗੇ ਸਾਡੇ ਜਾਤ ਪਾਤ ਧਰਮ ਕਈਆਂ ਚੀਜ਼ਾਂ ਦੇ ਭੇਦਭਾਵ ਹੁੰਦੇ ਸੀ, ਆ ਜਿਹੜੇ 6.5-7 ਬੈਂਡ ਨੇ ਉਹ ਵੀ ਮੁਕਾਤੇ ਆ। ਸੋ ਹੁਣ ਕੁੜੀ ਕਿਸੇ ਵੀ ਜਾਤ ਦੀ ਹੋਵੇ, ਅਗਰ 7 ਬੈਂਡ ਵਾਲੇ ਹੈਗੇ ਤੇ ਸਾਡੇ ਦਿਮਾਗ ਚੋਂ ਉਹ ਰੌਲਾ ਹੀ ਨਿਕਲ ਜਾਂਦਾ ਵੀ ਕੋਈ ਜਾਤ ਪਾਤ ਦਾ ਵੀ ਵਹਿਮ ਕਰਨਾ ਆ। ਸੋ ਇਹਦਾ ਲਿੰਕ ਡਾਇਰੈਕਟਲੀ ਇੰਪਲੋਏਬਿਲਟੀ ਦੇ ਨਾਲ ਆ। ਸੋ ਅਗਰ ਅਸੀਂ ਇਹ ਸੋਚ ਰੱਖਦੇ ਹਾਂ ਕਿ ਯੈਸ ਬੱਚਿਆਂ ਨੂੰ ਸੈੱਟ ਕਰਨਾ ਆ ਔਰ ਪੈਸੇ ਇੱਥੇ ਲਾ ਦਈਏ ਜਾਂ ਉੱਥੇ ਲਾ ਦਈਏ, ਸੋ ਜਦੋਂ ਇਦਾਂ ਵੀਜ਼ਾਸ ਅਸੀਂ ਅਪਲਾਈ ਕਰਦੇ ਹਾਂ ਉਹਦੇ 'ਚ ਕਿਤੇ ਨਾ ਕਿਤੇ ਨਿਰਾਸ਼ਾ ਵੀ ਸਾਨੂੰ ਵੇਖਣੀ ਪੈਂਦੀ ਹੈ।
ਬਟ ਅਗਰ ਸਟੂਡੈਂਟਸ ਖੁਦ ਰਿਸਰਚ ਕਰਨਗੇ, ਸਟੂਡੈਂਟਸ ਨੂੰ ਪਤਾ ਹੋਏਗਾ ਮੈਂ ਪੜ੍ਹਨਾ ਕੀ ਹੈ, ਫਿਰ ਵੀਜ਼ਾਸ ਕੋਈ ਵੱਡੀ ਚੀਜ਼ ਹੈ ਨਹੀਂ ਹੈ ਜੀ। ਯੂਐਸ ਦੀ ਲੇਟੈਸਟ ਅਪਡੇਟ ਕੀ ਚੱਲ ਰਹੀ ਹੈ ਵੀਜ਼ਾਸ ਨੂੰ ਲੈ ਕੇ? ਯੂਐਸ ਨੇ ਬਹੁਤ ਸ਼ਾਨਦਾਰ ਸਕਸੈਸ ਦਿੱਤੀ ਹੈ ਔਰ ਯੂਐਸ ਨੇ ਖੁਦ ਦਾ ਆਪਣਾ ਹੀ ਰਿਕਾਰਡ ਤੋੜਿਆ ਹੈ। ਇਸ ਪਿਛਲੇ ਇਨਟੇਕ ਦੇ ਯੂਐਸਏ ਨੇ 55,000 ਵੀਜ਼ਾਸ ਦਿੱਤੇ ਨੇ, ਇਹ ਬਹੁਤ ਥੋੜੇ ਜਿਹੇ ਸਮੇਂ ਦੇ ਵਿੱਚ। ਹਾਲਾਂਕਿ ਐਮਬੈਸੀ ਸਾਰਾ ਸਾਲ ਬੰਦ ਰਹੀਆਂ ਔਰ ਸਾਡਾ ਉਮੀਦ ਹੈ ਸਾਨੂੰ ਜਿਹੜਾ ਇੱਕ ਫਾਈਨੈਂਸ਼ੀਅਲ ਈਅਰ ਪੂਰੇ ਹੁੰਦਿਆਂ ਯੂਐਸ ਤਕਰੀਬਨ 2 ਲੱਖ ਤੋਂ ਵੱਧ ਐਪਲੀਕੇਸ਼ਨਸ ਕੱਲੀਆਂ ਸਟੂਡੈਂਟ ਵੀਜ਼ਾ ਦੀਆਂ ਪ੍ਰੋਸੈਸ ਕਰੇਗਾ। ਸੋ ਜਿਹੜੇ ਬਾਕੀ ਵੀਜ਼ਾਸ ਨੇ, ਜਿਹੜੇ ਅਸੀਂ ਨਾਨ ਇਮੀਗ੍ਰੈਂਟ ਬਾਕੀ ਵੀਜ਼ਾਸ ਦੀ ਗੱਲ ਕਰੀਏ ਤਾਂ ਯੂਐਸਏ ਲਗਭਗ 1 ਮਹੀਨੇ ਦੇ ਵਿੱਚ 1 ਲੱਖ ਵੀਜ਼ਾਸ ਕੱਲੇ ਇੰਡੀਆ ਨੂੰ ਗ੍ਰਾਂਟ ਕਰ ਦਿੰਦਾ ਆ ਜੀ। ਸੋ ਇਹ ਐਸਾ ਨੰਬਰ ਆ ਜਿਹੜਾ ਦੁਨੀਆ ਦਾ ਕਿਸੇ ਵੀ ਕੰਟਰੀ ਨਾਲ ਮੈਚ ਨਹੀਂ ਹੁੰਦਾ ਇਨ ਟਰਮਸ ਆਫ ਨੰਬਰਸ। ਸੋ ਕੱਲੇ ਇੰਡੀਆ ਨੂੰ ਹੀ ਏਡੀ ਵੱਡੀ ਤਾਦਾਦ ਦੇ ਵਿੱਚ ਅਮਰੀਕਾ ਵੀਜ਼ਾ ਦਿੰਦਾ ਆ। ਸੋ ਸਾਡੇ ਸਟੂਡੈਂਟਸ ਨੂੰ ਔਰ ਸਾਡੇ ਵਿਜ਼ਟਰਸ ਨੂੰ ਹਾਲੇ ਇਸ ਗੱਲ ਦੀ ਜਾਣਕਾਰੀ ਨਹੀਂ ਹੈਗੀ। ਸੋ ਜਿੱਦਾਂ ਜਾਣਕਾਰੀ ਸਪਰੈਡ ਅਪ ਹੁੰਦੀ ਹੈ, ਸੋ ਉਸੇ ਤਰੀਕੇ ਨਾਲ ਇਹਨਾਂ ਦੀ ਅਵੇਅਰਨੈਸ ਹੋਏਗੀ ਔਰ ਐਪਲੀਕੇਸ਼ਨ ਦਾ ਸਕਸੈਸ ਵੀ ਉਸੇ ਤਰੀਕੇ ਨਾਲ ਹੀ ਆਏਗਾ। ਜਦੋਂ ਅਸੀਂ ਐਪਲੀਕੇਸ਼ਨ ਅਪਲਾਈ ਕਰਨੀ ਹੁੰਦੀ ਹੈ ਜਾਂ ਵੀਜ਼ਾ ਅਪਲਾਈ ਕਰਨਾ ਹੁੰਦਾ ਕਿਸੇ ਵੀ ਕੰਟਰੀ ਦੇ ਲਈ, ਸਾਡਾ ਇਹੀ ਹੁੰਦਾ ਕਿ ਬਜਟ ਕਿੰਨਾ ਹੈ, ਅਸੀਂ ਕਿੰਨਾ ਅਫੋਰਡ ਕਰ ਸਕਦੇ ਹਾਂ, ਪਰ ਅਸੀਂ ਜਾਣਾ ਵੀ ਕਿਸੇ ਬਾਹਰਲੀ ਕੰਟਰੀ ਵਿੱਚ ਹੈ। ਫਿਰ ਕੋਈ ਸਸਤਾ ਜਿਹਾ ਰਾਹ ਹੈ? ਜਿੱਦਾਂ ਯੂਕੇ ਹੈ, ਸੁਣਿਆ ਕਿ ਉੱਥੇ ਥੋੜਾ ਸੌਖਾ ਪੈ ਜਾਂਦਾ ਕੰਮ। ਨਹੀਂ, ਯੂਕੇ ਦੇ ਵਿੱਚ ਅਸਲ ਯੂਨੀਵਰਸਿਟੀ ਦੀ ਫੀਸ ਹੈ ਐਵਰੇਜ 10-12 ਹਜ਼ਾਰ ਪਾਉਂਡ ਤੱਕ ਹੈ। ਬਟ देयर आर ਯੂਨੀਵਰਸਿਟੀਜ਼ ਜਿੱਥੇ ਤੁਸੀਂ ਸਿਰਫ 1500-2000 ਪਾਉਂਡ ਦੇ ਕੇ ਜਾ ਸਕਦੇ ਹੋ। ਅੱਛਾ। ਸੋ ਤੁਸੀਂ ਸਿਰਫ 2000 ਪਾਉਂਡ ਦੇ ਕੇ ਯੂਕੇ ਪਹੁੰਚ ਸਕਦੇ ਹੋ। ਯੈਸ, देयर आर ਮੈਨੀ ਯੂਨੀਵਰਸਿਟੀਜ਼, ਬਟ ਉਹਦੇ ਸਟੂਡੈਂਟਸ ਦਾ ਲੈਵਲ ਆ ਇੰਗਲਿਸ਼ ਦਾ, ਜਾਂ ਉਹ 70% ਮਾਰਕਸ ਹੋਣੇ ਚਾਹੀਦੇ ਨੇ +2 ਦੇ ਵਿੱਚ, ਜਾਂ ਸਟੂਡੈਂਟਸ ਦੇ ਕੋਲ ਘੱਟੋ ਘੱਟ ਮਿਨੀਮਮ 5.5 ਆਈਲੈਟਸ ਦਾ ਸਕੋਰ ਚਾਹੀਦਾ ਆ। ਓਕੇ। ਸੋ ਜਿਹੜੇ ਸਟੂਡੈਂਟਸ ਇਸ ਤੋਂ ਬਿਲੋ ਨੇ ਉਹ ਉਸੇ ਕੁਆਲਿਟੀ ਕੰਪਰੋਮਾਈਜ਼ ਵਾਲੇ ਚੱਕਰ ਦੇ ਵਿੱਚ ਯੂਕੇ 'ਚ ਨਹੀਂ ਜਾ ਪਾਉਣਗੇ, ਬਿਕੋਜ਼ ਯੂਕੇ ਦੀਆਂ ਯੂਨੀਵਰਸਿਟੀਜ਼ ਜਿਹੜੀਆਂ ਇਹ ਯੂਐਸ ਤੋਂ ਵੀ ਜ਼ਿਆਦਾ ਪ੍ਰੈਸਟੀਜੀਅਸ ਨੇ ਜੀ। ਸੋ ਯੂਕੇ ਹਾਇਰ ਐਜੂਕੇਸ਼ਨ ਦੀ ਦੁਨੀਆ ਦੇ ਵਿੱਚ ਐਸਾ ਇੱਕ ਨਾਮ ਹੈ ਬਿਲਕੁਲ ਕਿ ਜਿਹਦੀਆਂ ਯੂਨੀਵਰਸਿਟੀਜ਼ 300-400 ਸਾਲ ਪੁਰਾਣੀ, ਨਾਰਮਲ ਯੂਨੀਵਰਸਿਟੀ ਵੀ ਇੰਨੀ ਪੁਰਾਣੀ ਤੁਹਾਨੂੰ ਮਿਲੇਗੀ। ਬਿਲਕੁਲ ਬਿਲਕੁਲ। ਔਰ ਇਹਨਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ, ਇਹਨਾਂ ਦੀ ਲਿਆਕਤ ਔਰ ਜਿਹੜੇ ਯੂਨੀਵਰਸਿਟੀ ਗ੍ਰੈਜੂਏਟਸ ਨੇ ਉਹਨਾਂ ਦਾ ਮੁਕਾਮ, ਤੁਸੀਂ ਆਪਣੇ ਆਸੇ-ਪਾਸੇ ਛੇਤੀ ਝਾਤੀ ਮਾਰੋਗੇ ਤੁਹਾਨੂੰ ਯੂਕੇ ਯੂਨੀਵਰਸਿਟੀ ਗ੍ਰੈਜੂਏਟਸ ਨਹੀਂ ਲੱਭਣਗੇ, ਬਿਕੋਜ਼ ਸਾਡੇ ਸਟੂਡੈਂਟਸ ਪੜ੍ਹਾਈ ਤੋਂ ਥੋੜਾ ਗੁਰੇਜ਼ ਕਰਦੇ ਆ ਜੀ। ਜਾਂ ਯੂਕੇ ਨੇ ਯੂਨੀਵਰਸਿਟੀਜ਼ ਦੀ ਐਡਮਿਸ਼ਨ ਇਹ ਹੋਣੀ ਪਹਿਲੀ ਵਾਰੀ ਕੰਪਲਸਰੀ ਕੀਤੀ ਹੈ। ਸੋ ਪਿਛਲੇ ਦਹਾਕੇ ਦੇ ਵਿੱਚ ਜਦੋਂ 9-10 ਦੇ ਵਿੱਚ ਐਪਲੀਕੇਸ਼ਨ ਗਈਆਂ ਨੇ ਜਾਂ ਸਟੂਡੈਂਟਸ ਗਏ ਆ, ਉਦੋਂ ਮੈਜੋਰਟੀ ਆਫ ਸਟੂਡੈਂਟਸ ਜਿਹੜੇ ਆ ਉਹ ਕਾਲਜਸ ਵਿੱਚ ਗਏ ਆ ਜੀ। ਉਹ ਛੋਟੇ ਕਾਲਜ ਸੀ, ਪ੍ਰਾਈਵੇਟ ਕਾਲਜ ਸੀ, ਬਿਕੋਜ਼ ਸਟੈਟਫੋਰਡ 올림픽ਸ ਦੇ ਵਿੱਚ ਯੂਕੇ ਨੇ ਉਦੋਂ ਥੋੜਾ ਆਸਾਨ ਕੀਤਾ ਸੀ ਜੀ ਕਿ ਪੈਸਾ ਆਵੇ, ਪ੍ਰਾਈਵੇਟ ਦੇ ਵਿੱਚ ਵੀ ਆਵੇ, ਸਰਕਾਰੀ ਦੇ ਵਿੱਚ ਵੀ ਆਏ। ਬਟ ਉਦੋਂ ਮੈਜੋਰਟੀ ਸਟੂਡੈਂਟਸ ਨੇ ਜਿਹੜੇ ਪ੍ਰਾਈਵੇਟ ਇੰਸਟੀਚਿਊਟਸ ਆ ਉਹਨਾਂ ਦਾ ਰੁੱਖ ਕੀਤਾ ਜੀ। ਉਹਨਾਂ ਇੰਸਟੀਚਿਊਟਸ ਨੇ ਆਪੋ ਆਪਣੀ ਮਰਜ਼ੀ ਕੀਤੀ ਜੀ ਔਰ ਕੁਝ ਸਮੇਂ ਬਾਅਦ ਐਪਲੀਕੇਸ਼ਨਸ ਲਈਆਂ, ਪੈਸੇ ਇਕੱਠੇ ਕੀਤੇ, ਉਧਰੋਂ ਮੁੜ ਕੇ ਬੈਂਕਰਪਸੀ ਫਾਈਲਸ ਕਰਤੀਆਂ। ਸੋ ਜਿਹੜੀ ਐਜੂਕੇਸ਼ਨ ਨਾਲ ਕੋਈ ਖਾਸ ਸਟੂਡੈਂਟਸ ਦਾ ਨਾਤਾ ਨਹੀਂ ਰਿਹਾ ਔਰ ਬਾਹਲੇ ਸਟੂਡੈਂਟਸ ਤੇ ਫੌਜੀ ਹੋ ਗਏ ਜੀ। ਸੋ ਫੌਜੀ ਹੋਣ ਤੋਂ ਭਾਵ ਯੂਕੇ ਦੇ ਵਿੱਚ ਕੱਚੇ ਬੰਦੇ ਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਪੜ੍ਹਾਈ ਛੱਡ ਕੇ ਤੇ ਮੀਨਸ ਕੱਲਾ ਦਿਹਾੜੀਆਂ ਲਾਉਣ ਦੇ ਪਾਸੇ ਲੱਗ ਜਾਵੇ। ਸੋ ਹੁਣ ਉਹ ਸਮਾਂ ਨਹੀਂ ਹੈਗਾ। ਹੁਣ ਅਗਰ ਯੂਕੇ 'ਚ ਜਾਣਾ ਚਾਹੁੰਦੇ ਹੋ, ਸੋ ਯੂਕੇ ਦੇ ਵਿੱਚ ਤੁਸੀਂ ਸਿਰਫ 2000 ਪਾਉਂਡ ਦੇ ਵਿੱਚ ਪਹੁੰਚ ਸਕਦੇ ਹੋ। ਸੋ ਜਿਹੜੀ ਅਪਫਰੰਟ ਫੀਸ ਆ ਯੂਨੀਵਰਸਿਟੀ ਦੀ ਦੇਣ ਵਾਲੀ, ਔਰ ਇਸ ਤੋਂ ਬਾਅਦ ਤੁਸੀਂ ਯੂਨੀਵਰਸਿਟੀ ਨੂੰ ਆਪਣੀ ਇੰਸਟਾਲਮੈਂਟਸ ਕਰ ਸਕਦੇ ਹੋ ਕਿ ਤੁਸੀਂ ਜਿਹੜਾ ਪੈਸਾ ਉਹ ਇੰਸਟਾਲਮੈਂਟਸ ਵਿੱਚ ਪੇ ਕਰ ਸਕਦੇ ਹੋ ਜੀ। ਔਰ ਜਿਹੜੇ ਮਾਸਟਰਸ ਵਾਲੇ ਸਟੂਡੈਂਟਸ ਆ ਉਹਨਾਂ ਲਈ ਯੂਕੇ ਐਕਚੁਅਲੀ ਪਹਿਲੀ ਪਸੰਦ ਆ, ਕਿਉਂਕਿ ਤੁਸੀਂ ਕਿਸੇ ਵੀ ਕੰਟਰੀ ਵਿੱਚ ਜਾਂਦੇ ਹੋ ਤੁਹਾਨੂੰ ਯੂਕੇ ਦੇ ਵਿੱਚ ਹੀ ਸਭ ਤੋਂ ਘੱਟ ਐਜੂਕੇਸ਼ਨ ਕਰਨੀ ਪੈਂਦੀ ਹੈ। ਸੋ ਤੁਸੀਂ ਕੈਨੇਡਾ ਜਾਓਗੇ ਜਾਂ ਯੂਐਸਏ ਜਾਓਗੇ ਤੁਹਾਨੂੰ ਘੱਟੋ ਘੱਟ 2 ਸਾਲ ਦੀ ਪੜ੍ਹਾਈ ਪੜ੍ਹਨੀ ਪਏਗੀ, ਉਸ ਤੋਂ ਬਾਅਦ ਪਰਮਿਟ ਆਏਗਾ। ਸੋ ਯੂਕੇ ਇਕਲੌਤਾ ਕੰਟਰੀ ਹੈ ਕਿ ਸਟੂਡੈਂਟ ਅਗਰ ਮਾਸਟਰਸ ਲਈ ਜਾ ਰਿਹਾ ਹੈ ਉਹ ਸਿਰਫ 1 ਸਾਲ ਦੀ ਪੜ੍ਹਾਈ ਕਰੇਗਾ, ਉਸ ਤੋਂ ਬਾਅਦ ਉਹਨੂੰ 2 ਸਾਲ ਦਾ ਵਰਕ ਪਰਮਿਟ ਮਿਲ ਜਾਏਗਾ। ਸੋ ਉਹ ਮੀਨਸ ਇਹ ਮਿਨੀਮਮ ਪੜ੍ਹਾਈ ਹੈ, ਤੁਸੀਂ ਚਾਹੇ 3 ਸਾਲ ਦੀ ਡਿਗਰੀ ਕੀਤੀ, ਚਾਹੇ 4 ਸਾਲ ਦੀ ਬੈਚਲਰਸ ਕੀਤੀ, ਸੋ ਵਰਕ ਪਰਮਿਟ ਤੁਹਾਨੂੰ ਤਾਂ ਵੀ 2 ਸਾਲ ਦਾ ਹੀ ਮਿਲ ਰਿਹਾ, ਬਿਕੋਜ਼ ਇੱਕ ਕੰਪਲੀਸ਼ਨ ਆਫ ਡਿਗਰੀ ਦੇ ਉੱਪਰ ਆ। ਔਰ ਯੂਕੇ ਦੇ ਵਿੱਚ ਮਾਸਟਰਸ 1 ਸਾਲ ਦੀ ਹੈ। ਸੋ ਇਸ ਕਰਕੇ ਸਟੂਡੈਂਟਸ ਜਿਹਨਾਂ ਨੇ ਮਾਸਟਰਸ ਕਰਨੀ ਹੈ ਉਹਨਾਂ ਲਈ ਇਸ ਤੋਂ ਬਿਹਤਰ ਆਪਸ਼ਨਸ ਪੂਰੀ ਦੁਨੀਆ 'ਚ ਕਿਤੇ ਨਹੀਂ ਹੋ ਸਕਦੀਆਂ ਕਿ ਤੁਸੀਂ ਯੂਕੇ ਜਾਓ, ਮਾਸਟਰਸ ਲਈ ਕਰੋ ਔਰ ਉਸ ਤੋਂ ਬਾਅਦ 2 ਸਾਲ ਦਾ ਪਰਮਿਟ ਲਓ। ਉਸ ਤੋਂ ਬਾਅਦ ਯੂਕੇ ਨੇ ਪੁਆਇੰਟ ਬੇਸਡ ਇਮੀਗ੍ਰੇਸ਼ਨ ਚਾਲੂ ਕੀਤੀ ਹੋਈ ਹੈ ਜੀ, ਕਿ ਪੁਆਇੰਟ ਬੇਸਡ ਇਮੀਗ੍ਰੇਸ਼ਨ ਦੇ ਆਧਾਰ ਦੇ ਉੱਪਰ ਤੁਸੀਂ ਪੱਕੇ ਵੀ ਕੱਲ ਨੂੰ ਹੋ ਸਕਦੇ ਹੋ। ਔਰ ਨਾਲ ਦੀ ਨਾਲ ਤੁਹਾਨੂੰ ਜਿਹੜੀ ਮਿਨੀਮਮ ਐਜੂਕੇਸ਼ਨ ਨਾਲ ਮੈਕਸਿਮਮ ਵਰਕ ਪਰਮਿਟ ਦੇਣ ਵਾਲਾ ਕੱਲਾ ਇੰਗਲੈਂਡ ਆ। ਤੇ ਕਈ ਵਾਰੀ ਇਦਾਂ ਹੁੰਦਾ ਅਸੀਂ ਇੱਥੇ ਗ੍ਰੈਜੂਏਸ਼ਨ ਕੀਤੀ ਹੁੰਦੀ ਹੈ ਇੰਡੀਆ ਦੇ ਵਿੱਚ, ਤੇ ਬਾਹਰ ਜਾਣ ਲਈ ਜਿੱਦਾਂ ਕੈਨੇਡਾ ਜਾਣ ਲਈ ਵੀ ਬਹੁਤ ਸਾਰੇ ਬੱਚੇ ਉੱਥੇ ਜਾ ਕੇ ਗ੍ਰੈਜੂਏਸ਼ਨ ਦਾ ਹੀ ਕੋਰਸ ਕਰਦੇ ਆ। ਉਹਨਾਂ ਨੂੰ ਕੈਨੇਡਾ ਜਾ ਕੇ ਗ੍ਰੈਜੂਏਸ਼ਨ ਦਾ ਕੋਰਸ ਕਰਨ ਦੀ ਜਗ੍ਹਾ ਮਾਸਟਰ ਵੱਲ ਰੁਖ ਕਰਨਾ ਠੀਕ ਰਹੇਗਾ? ਨਹੀਂ, ਜਿਹੜੀ ਕੈਨੇਡਾ ਦਾ ਸਿਸਟਮ ਆ, ਕੈਨੇਡਾ ਦਾ ਥੋੜਾ ਅਲੱਗ ਸਿਸਟਮ ਆ। ਤੁਸੀਂ ਤੇ ਪੀਜੀ ਡਿਪਲੋਮਾ ਤੁਸੀਂ 1 ਸਾਲ ਦਾ ਵੀ ਲੈ ਸਕਦੇ ਹੋ,
ਹਾਲਾਂਕਿ 1 ਸਾਲ ਤੋਂ ਬਾਅਦ ਤੁਹਾਨੂੰ 1 ਸਾਲ ਦਾ ਹੀ ਵਰਕ ਪਰਮਿਟ ਮਿਲੇਗਾ। ਸੋ ਅਗਰ ਤੁਸੀਂ 2 ਸਾਲ ਦੀ ਪੜ੍ਹਾਈ ਲੈਂਦੇ ਹੋ ਤੁਹਾਨੂੰ ਉਸ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲੇਗਾ। ਸੋ ਕੈਨੇਡਾ ਦੇ ਵਿੱਚ ਤੁਸੀਂ ਜਿਹੜਾ ਪ੍ਰੋਗਰਾਮ ਲੈਣ ਜਾ ਰਹੇ ਹੋ ਤੁਸੀਂ ਉਹਦੇ ਉੱਪਰ ਰਿਸਰਚ ਕਰੋ ਕਿ ਉਹ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਦੇ ਨਾਲ ਮੈਚ ਕਰਦਾ ਹੋਵੇ, ਜਿਹੜੀ ਤੁਹਾਡੀ ਪ੍ਰਪੋਜ਼ਡ ਐਜੂਕੇਸ਼ਨ ਆ ਇਹ ਦੋਨੋਂ ਲਿੰਕ ਅਪ ਹੁੰਦੀਆਂ ਹੋਣ, ਔਰ ਤੀਸਰਾ ਇਹਨਾਂ ਦੇ ਨਾਲ ਇੱਕ ਤੁਹਾਡਾ ਫਿਊਚਰ ਡਿਜ਼ਾਈਨ ਹੁੰਦਾ ਹੋਵੇ, ਫਿਊਚਰ ਕ੍ਰੀਏਟ ਹੁੰਦਾ ਹੋਵੇ। ਸੋ ਅਗਰ 3 ਚੀਜ਼ਾਂ ਮੈਚ ਕਰਦੀਆਂ ਨੇ ਕੈਨੇਡਾ ਦੇ ਵਿੱਚ ਵੀ ਤੁਸੀਂ ਕੋਈ ਵੀ ਕੋਰਸ ਲੈ ਸਕਦੇ ਹੋ। ਸਾਡੇ ਬਹੁਤ ਸਾਰੇ ਸਟੂਡੈਂਟਸ ਯੂਨੀਵਰਸਿਟੀਜ਼ ਜਾਣਾ ਚਾਹੁੰਦੇ ਨੇ ਉੱਥੇ ਬਿਕੋਜ਼ ਜਿੱਦਾਂ ਮੈਂ ਦੱਸਿਆ ਸੀ ਡਿਗਰੀ ਓਰੀਐਂਟਡ ਸਟੂਡੈਂਟਸ ਹੈਗੇ ਆ। ਬਟ ਜਿਹੜਾ ਕੈਨੇਡੀਅਨ ਹਾਈ ਕਮਿਸ਼ਨ ਆ ਉਹ ਬਹੁਤ ਜ਼ਿਆਦਾ ਤਰਜੀਹ ਇਸ ਚੀਜ਼ ਨੂੰ ਨਹੀਂ ਦਿੰਦਾ ਜਾਂ ਉਹਨੂੰ ਐਕਸਟਰਾ ਜਿੱਦਾਂ ਕੰਸੀਡਰੇਸ਼ਨ ਦੇ ਵਿੱਚ ਨਹੀਂ ਆਉਂਦਾ। ਯੂਕੇ ਦੇ ਵਿੱਚ ਇੱਕ ਬਹੁਤ ਫਰਕ ਹੈ ਕਿ ਤੁਸੀਂ ਅਗਰ ਯੂਨੀਵਰਸਿਟੀ ਜਾ ਰਹੇ ਹੋ ਤੁਹਾਡੀ ਕ੍ਰੈਡੀਬਿਲਿਟੀ ਅਲੱਗ ਹੀ ਦੁਨੀਆ ਦੇ ਤਰੀਕੇ ਨਾਲ ਮੈਚ ਵੇਖੀ ਜਾਂਦੀ ਹੈ ਔਰ ਤੁਹਾਨੂੰ ਬਹੁਤ ਇੱਕ ਸਿੰਸੀਅਰ ਸਟੂਡੈਂਟ ਮੰਨਿਆ ਜਾਂਦਾ ਔਰ ਅੰਬੈਸੀ ਉਸੇ ਤਰੀਕੇ ਨਾਲ ਹੀ ਤੁਹਾਨੂੰ ਕੰਸੀਡਰ ਕਰਕੇ ਵੀਜ਼ਾ ਗ੍ਰਾਂਟ ਕਰਦੀ ਹੈ। ਕੈਨੇਡਾ ਦੇ ਵਿੱਚ ਤੁਹਾਡੇ ਜਿਹੜੇ ਪਬਲਿਕ ਇੰਸਟੀਟਿਊਸ਼ਨਸ ਨੇ ਜਾਂ ਪਬਲਿਕ ਕਾਲਜਸ ਨੇ ਕੈਨੇਡਾ ਵਿੱਚ ਜਿਹੜੀ ਹਾਈਐਸਟ ਜਿਹੜੀ ਪੈਟਰੋਨੇਜ ਆ ਉਹਨਾਂ ਨੂੰ ਮਿਲਦੀ ਹੈ। ਸੋ ਤੁਸੀਂ ਕਿਸੇ ਚੰਗੇ ਸਰਕਾਰੀ ਪਬਲਿਕ ਕਾਲਜ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਸੋ ਉਹਦੇ ਲਈ ਕੈਨੇਡਾ ਹੀ ਪਹਿਲੀ ਡੈਸਟੀਨੇਸ਼ਨ ਆ ਔਰ ਉਹਨਾਂ ਦੀਆਂ ਫੀਸਾਂ ਵੀ ਘੱਟ ਨੇ ਤਕਰੀਬਨ ਔਰ ਤਕਰੀਬਨ ਕੈਨੇਡਾ ਦੇ ਵਿੱਚ ਸਾਰੇ ਪਾਸੇ ਸਕੈਟਰਡ ਵੀ ਨੇ ਔਰ ਕੈਨੇਡਾ ਦੇ ਵਿੱਚ ਜਦੋਂ ਤੁਹਾਡੀ ਐਪਲੀਕੇਸ਼ਨ ਲੱਗਦੀ ਆ ਕੈਨੇਡਾ ਦੇ ਵਿੱਚ ਜਿਹੜੇ ਪਬਲਿਕ ਕਾਲਜਸ ਨੇ ਉਹਨਾਂ ਦੇ ਪਿੱਛੇ ਹੀ ਵਰਕ ਪਰਮਿਟ ਜੁੜਿਆ ਹੈ ਸੋ ਅਗਰ ਤੁਸੀਂ ਕਿਊਬੈਕ ਨੂੰ ਛੱਡ ਕੇ ਬਾਕੀ ਕਿਸੇ ਪਾਸੇ ਵੀ ਅਗਰ ਤੁਸੀਂ ਪ੍ਰਾਈਵੇਟ ਕਾਲਜ ਲੈਂਦੇ ਹੋ ਸਟੂਡੈਂਟਸ ਨੂੰ ਵਰਕ ਪਰਮਿਟ ਦੇ ਰਾਈਟਸ ਵੀ ਨਹੀਂ ਹੁੰਦੇ। ਸੋ ਕੈਨੇਡਾ ਦਾ ਵੀ ਤੁਹਾਡਾ ਸਰਕਾਰੀ ਦੇ ਨਾਲ ਐਸੋਸੀਏਟ ਹੋਣਾ ਜ਼ਰੂਰੀ ਹੈ। ਸੋ ਯੂਕੇ ਦੇ ਵਿੱਚ ਤੁਹਾਡਾ ਇੱਕ ਪਬਲਿਕ ਯੂਨੀਵਰਸਿਟੀ ਸੇਮ ਚੰਗੇ ਲੈਵਲ ਦੀ ਯੂਨੀਵਰਸਿਟੀ ਉਹਦੇ ਨਾਲ ਐਸੋਸੀਏਟ ਹੋਣਾ ਜ਼ਰੂਰੀ ਹੈ। ਕੋਈ ਵੀ ਕੰਟਰੀ ਜਦੋਂ ਟੂਰਿਸਟ ਵੀਜ਼ਾ ਸਟਾਰਟ ਕਰਦੀ ਹੈ ਤਾਂ ਇਹੀ ਦਿਮਾਗ ਦੇ ਵਿੱਚ ਆਉਂਦਾ ਕਿ ਇਸ ਵੀਜ਼ਾ ਦੇ ਜ਼ਰੀਏ ਕੌਣ-ਕੌਣ ਜਾ ਸਕਦਾ ਤੇ ਹੁਣ ਜੇ ਕੈਨੇਡਾ ਨੇ ਟੂਰਿਸਟ ਵੀਜ਼ਾ ਸ਼ੁਰੂ ਕੀਤਾ ਆ ਤੇ ਕੌਣ-ਕੌਣ ਲੋਕ ਆ ਜਿਹੜੇ ਅਪਲਾਈ ਕਰ ਸਕਦੇ ਆ ਇਸ ਵੀਜ਼ਾ ਦੇ ਜ਼ਰੀਏ ਉੱਥੇ ਪਹੁੰਚ ਸਕਦੇ ਆ। ਜੀ ਮੈਮ ਕੈਨੇਡਾ ਦੀ ਵੀ ਹੈਵ ਲੇਟੈਸਟ ਅਪਡੇਟ ਕਿ 7 ਸਤੰਬਰ ਤੋਂ ਨਾਨ ਐਸੈਂਸ਼ੀਅਲ ਟਰੈਵਲ ਕੈਨੇਡਾ ਨੇ ਅਲਾਉ ਕਰਤਾ ਜੀ। ਸੋ ਨਾਨ ਐਸੈਂਸ਼ੀਅਲ ਟਰੈਵਲ ਦਾ ਮਤਲਬ ਹੈ ਕਿ ਗੈਰ ਜ਼ਰੂਰੀ ਜਿਨ੍ਹਾਂ ਦੀ ਜਿਹਨੂੰ ਅੱਗੇ ਦਾ ਸਟੂਡੈਂਟਸ ਨੂੰ ਐਸੈਂਸ਼ੀਅਲ ਸੀ ਫੋਰਨ ਵਰਕਰਸ ਨੂੰ ਐਸੈਂਸ਼ੀਅਲ ਸੀ। ਸੋ ਹੁਣ ਫੈਮਿਲੀ ਜਿਹੜੇ ਜੁਆਇਨਿੰਗ ਵਾਲੇ ਜਿਹੜੇ ਇਮੀਗ੍ਰੈਂਟ ਕੇਸਿਸ ਆ ਉਹ ਵੀ ਐਸੈਂਸ਼ੀਅਲ 'ਚ ਆ ਜਾਂਦੇ ਸੀ। ਸੋ ਨਾਨ ਐਸੈਂਸ਼ੀਅਲ ਦੇ ਵਿੱਚ ਹੈਗੇ ਕਿ ਜਿਹੜਾ ਤੁਸੀਂ ਨਾਰਮਲੀ ਟਰੈਵਲ ਕਰਦੇ ਹੋ ਫੈਮਲੀਜ਼ ਨੂੰ ਮਿਲਣ ਜਾਂਦੇ ਹੋ ਤੁਹਾਡੇ ਬਹੁਤ ਗੂੜੇ ਰਿਸ਼ਤੇਦਾਰ ਨਹੀਂ ਵੀ ਹੁੰਦੇ ਤਾਂ ਵੀ ਜਾਂਦੇ ਹੋ। ਸੋ ਕੈਨੇਡਾ ਦੇ ਵਿੱਚ ਹੁਣ 7 ਸਤੰਬਰ ਤੋਂ ਨਵੀਆਂ ਰੈਗੂਲੇਸ਼ਨਸ ਆਈਆਂ ਕਿ ਤੁਸੀਂ ਨਾਨ ਐਸੈਂਸ਼ੀਅਲ ਟਰੈਵਲ ਤੇ ਕੈਨੇਡਾ ਜਾ ਸਕਦੇ ਹੋ ਜੀ। ਸੋ ਇਹਦੇ ਵਿੱਚ ਮਤਲਬ ਇਹ ਹੈ ਕਿ ਤੁਸੀਂ तमाम ਤਰ੍ਹਾਂ ਦੇ ਜਿਹੜੇ ਟੂਰਿਸਟ ਵੀਜ਼ਾਸ ਪਰਿਵਾਰਾਂ ਨੂੰ ਮਿਲਣ ਜਾਣ ਵਾਲੇ ਉਹ ਪਾ ਸਕਦੇ ਹੋ ਜੀ। ਔਰ ਇਹਦੇ ਚ ਅਗਰ ਤੁਹਾਡਾ ਫੈਮਿਲੀ ਦਾ ਕੋਈ ਬੱਚਾ ਸਟੂਡੈਂਟ ਵੀ ਆ ਉਹ ਵੀ ਅਗਰ ਕੈਨੇਡਾ ਦੇ ਵਿੱਚ ਰਹਿ ਰਿਹਾ ਉਹ ਵੀ ਆਪਣੇ ਪੇਰੈਂਟਸ ਨੂੰ ਇਨਵਾਈਟ ਕਰ ਸਕਦਾ ਹੈ। ਸੋ ਜਿੰਨੀਆਂ ਵੀ ਐਪਲੀਕੇਸ਼ਨਸ ਤੁਹਾਡੇ ਕੋਲ ਇਸ ਟਾਈਮ ਉਹਨਾਂ ਐਪਲੀਕੇਸ਼ਨ ਉੱਪਰ ਦਰੋਮਦਾਰ ਹੈ ਕਿ ਜਿਹੜੀਆਂ ਐਪਲੀਕੇਸ਼ਨ ਵਿੱਚ ਤੁਹਾਡੀ ਫੈਮਿਲੀ ਕੋਈ ਨਾ ਕੋਈ ਕੈਨੇਡਾ 'ਚ ਰਹਿੰਦੀ ਹੈ ਜੀ। ਹਾਂ ਇਹਦੇ ਨਾਲ ਮਾਰਕੀਟਿੰਗ ਇਸ ਤਰੀਕੇ ਦੀ ਹੋਗੀ ਕਿ ਕੈਨੇਡਾ ਦੇ ਵਿੱਚ ਹੁਣ ਟੂਰਿਸਟ ਜਾਣਾ ਅਲਾਉਡ ਹੈ ਤੇ ਫਟਾਫਟ ਆ ਜਾਓ। ਸੋ ਇਹਦਾ ਭਾਵ ਹਾਲੇ ਉਹ ਨਹੀਂ ਖੁੱਲਿਆ ਕਿ ਤੁਸੀਂ ਨਿਆਗਰਾ ਫਾਲਸ ਵੇਖਣਾ ਸੀ ਉਹਦੇ ਲਈ ਆ ਜਾਓ, ਤੁਸੀਂ ਇੱਥੇ ਕੋਈ ਮੇਲਾ ਲੱਗਣ ਲੱਗਾ ਉਹਦੇ ਲਈ ਆ ਜਾਓ, ਕੋਈ ਇੱਥੇ ਅਸੀਂ ਐਕਸਪੋ ਲੱਗਣ ਲੱਗਾ ਉਹਦੇ ਲਈ ਆ ਜਾਓ, ਜਾਂ ਤੁਸੀਂ ਟੂਰਿਜ਼ਮ ਦੇ ਕਿਸੇ ਵੀ ਹੋਰ ਪੱਖ ਨੂੰ ਅਗਰ ਜਿੱਦਾਂ ਅਸੀਂ ਉੱਦਾਂ ਅਪਲਾਈ ਕਰਾਂਗੇ ਤੇ ਉਹਨਾਂ ਦੇ ਵਿੱਚ ਸਾਨੂੰ ਜ਼ਰੂਰੀ ਨਹੀਂ ਹੈ ਕਿ ਵੀਜ਼ਾਸ ਮਿਲਣ ਜਾਂ ਅੰਬੈਸੀ ਉਹਨੂੰ ਕੰਸੀਡਰ ਵੀ ਕਰੇ। ਬਟ ਜਿਹੜੇ ਫੈਮਿਲੀ ਵਿਜ਼ਿਟਸ ਨੇ ਕੈਨੇਡਾ ਨੇ ਉਹ ਸ਼ੁਰੂ ਤੋਂ ਪ੍ਰਾਇੋਰਟੀ ਦਿੱਤੀ ਹੈ। ਸੋ ਕੈਨੇਡਾ ਦੇ ਜਿਹੜੇ ਫੈਮਿਲੀ ਵਿਜ਼ਿਟਸ ਨੇ ਉਹਨਾਂ ਨੂੰ ਤਰਜੀਹ ਸ਼ੁਰੂ ਤੋਂ ਹੀ ਆ। ਸੋ ਇਸੇ ਕਰਕੇ ਹੁਣ ਜਦੋਂ ਨਾਨ ਐਸੈਂਸ਼ੀਅਲ ਵੀ ਟਰੈਵਲ ਅਲਾਉ ਕੀਤਾ ਤੇ ਉਹ ਵੀ ਫੈਮਲੀਜ਼ ਤੋਂ ਹੀ ਸ਼ੁਰੂ ਕੀਤਾ ਹੈ ਜੀ। ਸੋ ਜਿਹੜੇ ਲੋਕ ਜਾ ਸਕਦੇ ਨੇ ਉਹਦੇ 'ਚ ਅਗਰ ਤੁਹਾਡਾ ਕੋਈ ਵੀ ਕੈਨੇਡਾ ਵਿੱਚ ਰਹਿੰਦਾ ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਖਾਸ ਕਰਕੇ ਪਿਛਲੇ ਕਾਫੀ ਸਮੇਂ ਤੋਂ ਬੱਚੇ ਜਾ ਰਹੇ ਨੇ ਕੈਨੇਡਾ ਦੇ ਵਿੱਚ ਲਗਾਤਾਰ ਸਟੂਡੈਂਟਸ ਜਾ ਰਹੇ ਨੇ। ਸੋ ਸਟੂਡੈਂਟ ਚਾਹੇ ਨਵਾਂ ਵੀ ਗਿਆ ਹੋਵੇ ਉਹ ਵੀ ਆਪਣੇ ਪੇਰੈਂਟਸ ਨੂੰ ਬੁਲਾ ਸਕਦਾ ਇਹਦੇ ਵਿੱਚ। ਅੱਛਾ ਜੀ, ਓਕੇ। ਤੇ ਜਦੋਂ ਟੂਰਿਸਟ ਵੀਜ਼ਾ ਦੀ ਗੱਲ ਚੱਲਦੀ ਹੈ ਫਿਰ ਯੂਕੇ ਦਿਮਾਗ ਦੇ ਵਿੱਚ ਆਪਣੇ ਆਪ ਆਉਂਦਾ ਹੈ ਕਿ ਉਹਨਾਂ ਨੇ ਕਦੋਂ ਅਲਾਉ ਕਰਨੇ ਆ ਕਿ ਤੁਸੀਂ ਆਓ ਘੁੰਮੋ। ਯੂਕੇ ਦਾ ਆਲਰੇਡੀ ਅਲਾਉਡ ਹੈ, ਯੂਐਸਏ ਥੋੜਾ ਬਹੁਤ ਹਾਲੇ। ਅੱਛਾ, ਯੂਕੇ ਦਾ ਅਲਾਉਡ ਹੈ। ਹਾਂ, ਯੂਕੇ ਦੇ ਵਿੱਚ ਤੁਸੀਂ ਜਾ ਸਕਦੇ। ਯੂਕੇ ਦੇ ਤੁਸੀਂ ਬਹੁਤ ਸਾਰੀਆਂ ਐਪਲੀਕੇਸ਼ਨ ਅੱਜਕੱਲ ਅਸੀਂ ਪ੍ਰੋਸੈਸ ਕਰਦੇ ਹਾਂ। ਓਕੇ। ਈਵਨ ਕੈਨੇਡਾ ਦੇ ਵਿੱਚ ਵੀ ਅਸੀਂ ਐਪਲੀਕੇਸ਼ਨਸ ਸ਼ੁਰੂ ਤੋਂ ਲਈ ਪ੍ਰੋਸੈਸ ਕੀਤੀਆਂ। ਸਾਡੇ ਕੋਲ ਜਦੋਂ ਲਾਕਡਾਊਨ ਖਤਮ ਹੋਇਆ ਉਸ ਤੋਂ ਬਾਅਦ 2 ਅਗਸਤ ਤੋਂ ਵੀ ਹੈਡ ਵੀਜ਼ਾਸ, ਟੂਰਿਸਟ ਵੀਜ਼ਾਸ। ਸੋ ਕੈਨੇਡਾ ਵਿੱਚ ਟੂਰਿਸਟ ਵੀਜ਼ਾਸ ਅਲਾਉਡ ਨੇ, ਯੂਕੇ ਦੇ ਵਿੱਚ ਅਲਾਉਡ ਨੇ। ਇਸ ਸਮੇਂ ਸਿਰਫ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਮਰੀਕਾ ਦਾ, ਯੈਸ, ਯੂਐਸਏ ਦਾ। ਸੋ ਯੂਐਸਏ ਦੇ ਵਿੱਚ ਵੀ ਐਪਲੀਕੇਸ਼ਨਸ ਖੁੱਲਣਗੀਆਂ ਔਰ ਇੱਕਦਮ ਵੱਡੀ ਤਾਦਾਦ ਦੇ ਵਿੱਚ ਵੀਜ਼ਾਸ ਆਉਣਗੇ। ਸੋ ਜਿਹੜੇ ਲੋਕ ਯੂਐਸਏ ਜਾਣਾ ਚਾਹੁੰਦੇ ਹੋ ਉਹਨਾਂ ਨੂੰ ਇੱਕ ਹਦਾਇਤ ਆ ਕਿ ਉਹ ਅੱਜ ਕੱਲ੍ਹ ਆਪਣੀਆਂ ਅੰਬੈਸੀ ਦੀਆਂ ਫੀਸਾਂ ਭਰ ਲੈਣ।
ਅੱਛਾ ਜੀ। ਬਿਕੋਜ਼ ਜਿਹੜੀ ਅੰਬੈਸੀ ਦੀ ਫੀਸ ਭਰੀ ਆ ਉਹ 1 ਸਾਲ ਲਈ ਵੈਲਿਡ ਰਹਿੰਦੀ ਹੈ। ਸੋ ਤੁਸੀਂ ਅਗਰ ਅੱਜ ਕੱਲ ਅੰਬੈਸੀ ਦੀ ਫੀਸ ਭਰ ਲਓਗੇ, ਉਸ ਤੋਂ ਬਾਅਦ ਤੁਹਾਨੂੰ ਜਿਹੜੀਆਂ ਅੰਬੈਸੀ ਦੀਆਂ ਤਰੀਕਾਂ ਉਹ ਮੇਰਾ ਅੰਦਾਜ਼ਾ ਹੈ ਕਿ ਅਗਲੇ ਮਹੀਨੇ ਤੋਂ ਮਿਲਣੀਆਂ ਸ਼ੁਰੂ ਹੋਣਗੀਆਂ, ਕਿਉਂਕਿ ਇਸ ਮਹੀਨੇ ਤੱਕ ਉਹਨਾਂ ਨੇ ਸੈਪਟੰਬਰ ਦੇ ਵਿੱਚ ਖਾਸ ਕਰਕੇ ਸਟੂਡੈਂਟਸ ਨੂੰ ਹੀ ਪ੍ਰਾਇੋਰਟੀ ਬਣਾ ਕੇ ਰੱਖਿਆ ਹੈ ਜੀ। ਸੋ ਇਸ ਟਾਈਮ ਸਟੂਡੈਂਟਸ ਦੇ ਵੀਜ਼ਾਸ ਮੈਕਸਿਮਮ ਪ੍ਰੋਸੈਸ ਕੀਤੇ ਜਾ ਰਹੇ ਆ, ਜਾਂ ਜਿਹੜੇ ਫੈਮਿਲੀ ਇਮੀਗ੍ਰੈਂਟ ਕੇਸਿਸ ਆ ਉਹ ਪ੍ਰੋਸੈਸ ਕੀਤੇ ਜਾ ਰਹੇ ਆ। ਸੋ ਜਿਹੜੇ ਟੂਰਿਸਟ ਕੇਸਿਸ ਆ ਤੁਸੀਂ ਵੇਖੋਗੇ ਬਹੁਤ ਜਲਦ ਮੇਬੀ ਅਗਲੇ ਮਹੀਨੇ ਤੱਕ ਤਰੀਕਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸੋ ਜਿਨ੍ਹਾਂ ਨੇ ਜਾਣਾ ਚਾਹੁੰਦੇ ਨੇ ਉਹ ਅਮਰੀਕਾ ਵੀ ਦੂਰ ਨਹੀਂ ਆ ਹੁਣ, ਸੋ ਤੁਸੀਂ ਆਪਣੀਆਂ ਅੰਬੈਸੀ ਦੀਆਂ ਫੀਸਾਂ ਭਰੋ ਔਰ ਫਟਾਫਟ ਕਿਊ ਦੇ ਵਿੱਚ ਲੱਗੋ, ਤਾਂ ਕਿ ਤੁਸੀਂ ਜਿਹੜੀਆਂ ਸਮੇਂ ਦੇ ਉੱਪਰ ਜਦੋਂ ਵੀ ਲਾਈਕ ਅਮਰੀਕਾ ਆਪਣਾ ਸ਼ਟਰ ਚੱਕੇ ਤੇ ਤੁਸੀਂ ਉੱਥੇ ਆਪਣਾ ਜਿਹੜੀ ਐਲੀਜੀਬਿਲਟੀ ਆ ਉਹ ਪ੍ਰੂਵ ਕਰਕੇ ਤੁਸੀਂ ਦਾਖਲ ਹੋਣ ਦੇ ਐਲੀਜੀਬਲ ਹੋ ਸਕੋ। ਹਲੇ ਉਹਦਾ ਕਿੰਨੀਆਂ ਐਪਲੀਕੇਸ਼ਨਸ ਤੁਹਾਨੂੰ ਲੱਗਦਾ ਕਿ ਲਾਈਨ ਵਿੱਚ ਪਈਆਂ ਵੀਜ਼ਾ ਦੇ ਲਈ, ਚਾਹੇ ਉਹ ਕੈਨੇਡਾ ਦੀ ਗੱਲ ਹੋਵੇ, ਯੂਕੇ ਦੀ ਗੱਲ ਹੋਵੇ, ਯੂਐਸ ਦੀ ਗੱਲ ਹੋਵੇ? ਮੈਂ ਬਾਕੀ ਕੰਟਰੀਜ਼ ਨੇ ਕੈਨੇਡਾ ਦੇ ਵਿੱਚ ਕੱਲੀਆਂ ਐਪਲੀਕੇਸ਼ਨਸ ਪੈਂਡੈਂਸੀ ਰਹੀ ਆ, ਬਾਕੀ ਸਾਰੀਆਂ ਅੰਬੈਸੀਜ਼ ਤਕਰੀਬਨ ਉਸੇ ਤਰੀਕੇ ਨਾਲ ਹੀ ਐਪਲੀਕੇਸ਼ਨ ਦਾ ਹੱਲ ਕਰਦੀ ਰਹੀ ਹੈ। ਅਮਰੀਕਾ ਤਾਂ ਆਪਣੀ ਪੈਂਡੈਂਸੀ ਛੱਡਦਾ ਨਹੀਂ ਜੀ, ਬਿਕੋਜ਼ ਅਮਰੀਕਾ ਜਾਂ ਤੁਹਾਡੀ ਐਪਲੀਕੇਸ਼ਨ ਕੈਨਸਲ ਕਰ ਦੇਗਾ ਜੀ, ਜਾਂ ਤੁਸੀਂ ਅੰਬੈਸੀ ਅਪੀਅਰ ਹੋ ਕੇ ਅੱਜ ਦੇ ਅੱਜ ਫੈਸਲਾ ਲੈ ਲਓਗੇ ਜੀ। ਸੋ ਜਿਹੜੇ ਇਮੀਗ੍ਰੈਂਟ ਕੇਸਿਸ ਦੀਆਂ ਕਿਉਂਕਿ ਜਿਹੜੇ ਨੈਸ਼ਨਲ ਵੀਜ਼ਾ ਸੈਂਟਰ ਦੇ ਵਿੱਚ ਫਾਈਲ ਹੁੰਦੇ ਆ, ਉਹਨਾਂ ਦੀ ਪੈਂਡੈਂਸੀ ਜਿਹੜੀ ਆ ਉਹਦੀ ਥੋੜੀ ਰਫ਼ਤਾਰ ਸਲੋ ਹੋਈ ਸੀਗੀ ਜਦੋਂ ਲੋਕਡਾਊਨ ਲੱਗਾ, ਬਟ ਉਹ ਮੁੜ ਆਪਣੇ ਆਪ ਸਪੀਡ ਅਪ ਹੋ ਗਿਆ। ਔਰ ਅਮਰੀਕਾ ਪਿੱਛੇ ਬਾਈਡਨ ਸਾਹਿਬ ਨੇ ਕਿਹਾ ਵੀ ਸੀਗਾ ਕਿ ਅਸੀਂ ਜਿਹੜੀਆਂ ਇਮੀਗ੍ਰੈਂਟ ਕੇਸਿਸ ਆ ਉਹਨਾਂ ਨੂੰ ਅਸੀਂ ਪ੍ਰਾਇੋਰਟਾਈਜ਼ ਕਰਾਂਗੇ, ਔਰ ਜਿਹੜਾ ਸਾਡਾ ਸਮਾਂ ਆ ਇੰਨਾ ਸਮਾਂ ਲੱਗਦਾ ਜਿਹੜਾ ਵੀਜ਼ਾਸ ਦੇਣ ਦੇ ਉੱਪਰ, ਅਸੀਂ ਉਹਨੂੰ ਵੀ ਘਟਾਵਾਂਗੇ। ਸੋ ਅਮਰੀਕਾ ਦਾ ਵੀ ਤਕਰੀਬਨ ਉਹਦੇ ਨਾਲ ਹੱਲ ਹੋ ਗਿਆ। ਯੂਕੇ ਦੇ ਵਿੱਚ ਜਿਹੜਾ ਵੀਜ਼ਾ ਦਾ ਜਿਹੜਾ ਟਰਨ ਅਰਾਊਂਡ ਪੀਰੀਅਡ ਸੀਗਾ ਉਹ ਥੋੜਾ ਜਿਹਾ ਵੱਧ ਗਿਆ ਸੀ, ਹਾਲਾਂਕਿ ਯੂਕੇ ਨੇ ਕਦੀ ਵੀਜ਼ਾਸ ਦੇਣੇ ਬੰਦ ਨਹੀਂ ਕੀਤੇ ਜੀ। ਸੋ ਯੂਕੇ ਦੇ ਵਿੱਚ ਲਗਾਤਾਰ ਸਟੂਡੈਂਟ ਟੂਰਿਸਟ ਦੋਨੋਂ ਕੈਟਾਗਰੀਜ਼ ਓਪਨ ਨੇ ਜੀ। ਸੋ ਯੂਕੇ ਦੇ ਵਿੱਚ ਇਹ ਆ ਕਿ ਪਹਿਲਾਂ ਜਿਹੜਾ ਫੈਸਲਾ ਤੁਹਾਡਾ ਆ ਜਾਂਦਾ ਸੀ ਉਹ 2 ਵੀਕ ਦੇ ਬਾਅਦ ਆ ਜਾਂਦਾ ਸੀ, ਫਿਰ ਉਹ ਮਹੀਨੇ ਤੱਕ ਆਉਣ ਲੱਗ ਗਿਆ। ਔਰ ਵੈਸੇ ਇੰਗਲੈਂਡੀਏ ਸਭ ਤੋਂ ਚੁਸਤ ਨੇ, ਇਹਨਾਂ ਨੇ ਇੱਕ ਹੋਰ ਸਕੀਮ ਰੱਖੀ ਹੋਈ ਹੈ ਕਿ ਅਗਰ ਤੁਸੀਂ ਫੀਸ ਵੱਧ ਦਓਗੇ ਤੇ ਤੁਹਾਡਾ ਅਸੀਂ 30 ਦਿਨ ਵੀ ਫੈਸਲਾ ਦੇ ਦਾਂਗੇ ਜੀ। ਸੋ ਜੇ ਤੁਸੀਂ ਇਸ ਤੋਂ ਵੀ ਵੱਧ ਫੀਸ ਦਓਗੇ ਤੁਹਾਡਾ ਅਸੀਂ 24 ਘੰਟੇ ਦੇ ਵਿੱਚ ਫੈਸਲਾ ਦੇ ਦਾਂਗੇ ਜੀ। ਸੋ ਯੂਕੇ ਦੇ ਵਿੱਚ ਤੇ ਮਤਲਬ ਬਾਕੀ ਹੋਰ ਕਿਸੇ ਪਾਸੇ ਵੀ ਪੈਂਡੈਂਸੀ ਜਿਹੜੀ ਵੇਖਣ ਨੂੰ ਨਹੀਂ ਮਿਲ ਰਹੀ। ਸੋ ਕੈਨੇਡਾ ਦੇ ਵਿੱਚ ਜ਼ਰੂਰ ਸੀਗੀਆਂ ਕਿ ਇੱਕ ਸਮੇਂ ਦੇ ਉੱਪਰ ਲਗਭਗ 2 ਤੋਂ 2.5 ਲੱਖ ਐਪਲੀਕੇਸ਼ਨਸ ਪੈਂਡਿੰਗ ਪਈਆਂ ਸੀ ਜੀ, ਕਿਉਂਕਿ ਅੰਬੈਸੀ ਹਲਕੇ ਫੁਲਕੇ ਤਰੀਕੇ ਨਾਲ ਰਿਮੋਟਲੀ ਕੰਮ ਕਰਦੀ ਸੀ, ਬਟ ਆਨਲਾਈਨ ਐਪਲੀਕੇਸ਼ਨਸ ਲੱਗਦੀਆਂ ਜਾਂਦੀਆਂ ਸੀ ਲਗਾਤਾਰ, ਕਿਉਂਕਿ ਤੁਸੀਂ ਹਰ ਇੱਕ ਚੀਜ਼ ਆਨਲਾਈਨ ਹੀ ਫਾਈਲ ਕਰ ਸਕਦੇ ਹੋ, ਬਾਕੀ ਕਿਸੇ ਵੀ ਕੰਟਰੀ ਜਿਸ ਤਰੀਕੇ ਨਾਲ ਨਹੀਂ ਹੁੰਦਾ। ਸੋ ਸਾਰੀਆਂ ਐਪਲੀਕੇਸ਼ਨਸ ਆਨਲਾਈਨ ਲੱਗਦੀਆਂ ਜਾਂਦੀਆਂ ਸੀ, ਉਹ ਜਿਹੜਾ ਵੋਲਿਊਮ ਉਹ ਵੱਧਦਾ ਜਾਂਦਾ ਸੀ। ਸੋ 2 ਤੋਂ 2.5 ਲੱਖ ਐਪਲੀਕੇਸ਼ਨਸ ਹੁਣ ਇਹਨਾਂ ਨੂੰ ਪ੍ਰੋਸੈਸ ਕਰਨ ਦੇ ਵਿੱਚ ਵੀ ਕਾਫੀ ਸਮਾਂ ਲੱਗ ਰਿਹਾ, ਬਿਕੋਜ਼ ਕੈਨੇਡਾ ਨੇ ਪਿੱਛੇ ਜੇ ਅਨਾਉਂਸ ਕੀਤਾ ਸੀ ਕਿ ਅਸੀਂ 6 ਅਗਸਤ ਤੱਕ ਪਿਛਲੀ ਸਾਰੀ ਪੈਂਡੈਂਸੀ ਕਲੀਅਰ ਕਰ ਦਾਂਗੇ ਜੀ। ਸੋ ਉਹਦੇ ਚ ਬਹੁਤ ਸਾਰੇ ਸਟੂਡੈਂਟਸ ਕਿਊਬੈਕ ਦੇ ਸੀ, ਬਹੁਤ ਸਾਰੇ ਸਟੂਡੈਂਟਸ ਮੌਂਟਰੀਅਲ ਪੂਰੇ ਰੀਜਨ ਦੇ ਸੀ, ਔਰ ਉਹਦੇ ਨਾਲ ਹੀ ਬਹੁਤ ਸਾਰੇ ਸਟੂਡੈਂਟਸ ਰੈਸਟ ਆਫ ਕੈਨੇਡਾ ਦੇ ਵੀ ਸੀ ਜੀ। ਸੋ ਉਹ ਸਟੂਡੈਂਟਸ ਨੂੰ ਸਾਲ 1.5 ਸਾਲ ਆਪਣੇ ਵੀਜ਼ਾਸ ਲਈ ਜਾਂ ਰਿਫਿਊਜ਼ਲਸ ਲਈ ਜਾਂ ਅਲਟੀਮੇਟਲੀ ਡਿਸੀਜਨਸ ਲਈ ਇੰਤਜ਼ਾਰ ਕਰਨਾ ਪਿਆ ਜੀ। ਔਰ ਹਾਲੇ ਵੀ ਬਹੁਤ ਸਾਰੇ ਬੱਚੇ ਨੇ ਕਿ ਜਿਹੜੇ ਕੈਨੇਡਾ ਦੇ ਵਿੱਚ ਰਿਫਿਊਜ਼ ਲਗਾਤਾਰ ਹੋ ਰਹੇ ਆ, ਔਰ ਇੱਕ ਬਹੁਤ ਵੱਡੀ ਤਾਦਾਦ ਦੇ ਵਿੱਚ ਹਾਲੇ ਵੀ ਸਟੂਡੈਂਟਸ ਬੈਠੇ ਆ ਜਿਨ੍ਹਾਂ ਦੇ ਹਾਲੇ ਤੱਕ ਕੋਈ ਫੈਸਲੇ ਆਏ ਹੀ ਨਹੀਂ ਆ ਜੀ। ਸੋ ਸਾਡੀ ਇੱਕ ਪ੍ਰੈਡਿਕਸ਼ਨ ਹੈ ਕਿ ਅਸੀਂ ਇਹ ਉਮੀਦ ਕਰ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਤਕਰੀਬਨ ਜਿਹੜੇ ਰਿਜ਼ਲਟਸ ਨੇ ਸਟੂਡੈਂਟਸ ਦੇ ਉਹ ਇਸ ਮਹੀਨੇ ਦੇ ਅਖੀਰ ਤੱਕ ਜਾਂ ਮੈਕਸਿਮਮ ਅਕਤੂਬਰ ਦੇ ਮਿਡ ਤੱਕ ਪਿਛਲਾ ਸਾਰੇ ਦਾ ਸਾਰਾ ਬੈਕਲੌਗ ਕਲੀਅਰ ਹੋ ਜਾਏਗਾ ਜੀ। ਅਮਰੀਕਾ 'ਚ ਗ੍ਰੀਨ ਕਾਰਡ ਆ ਜਿਹੜਾ ਉਹਦੇ ਬਿੱਲ ਦੀਆਂ ਖਬਰਾਂ ਸੁਣਨ ਨੂੰ ਆ ਰਹੀਆਂ ਨੇ, ਕੀ ਕਹੋਗੇ? ਇਹ ਇੱਕ ਚੰਗੀ ਖਬਰ ਹੈ ਕਿ ਅਮਰੀਕਾ ਨੇ ਇਨਵੈਸਟਰ ਕੈਟਾਗਰੀ ਜਿਹੜਾ EB-5 ਵੀਜ਼ਾ ਸੀਗਾ, ਸੋ ਅਮਰੀਕਾ ਨੇ ਉਹਦੇ ਵਿੱਚ ਜਿਹੜਾ ਸ਼ਾਇਦ ਉਹਦੇ ਵਿੱਚ ਹੀ ਕੋਈ ਸੰਸ਼ੋਧਨ ਕਰਕੇ ਨਵਾਂ ਬਿੱਲ ਇੱਕ ਡਰਾਫਟ ਕਰ ਰਿਹਾ, ਹਾਲਾਂਕਿ ਉਹਨੂੰ ਹਾਲੇ ਮਨਜ਼ੂਰੀ ਨਹੀਂ ਹੋਈ, ਇਟਸ ਨਾਟ ਅਫੀਸ਼ੀਅਲ ਯੈਟ। ਸੋ ਜਿਹੜੇ ਦੂਸਰੀ ਹੈ ਕਿ ਜਿਹੜੇ ਵੇਟ ਵਾਲੇ ਪੀਰੀਅਡ ਆ, ਜਿਹੜੇ ਐਪਲੀਕੈਂਟਸ ਦੇ ਇਮੀਗ੍ਰੈਂਟ ਕੇਸਿਸ ਆ, ਉਹ ਫੀਸ ਵੱਧ ਦੇ ਕੇ ਆਪਣੀ ਪ੍ਰਾਇੋਰਟੀ ਵਧਾ ਸਕਦੇ ਨੇ ਜਾਂ ਆਪਣੇ ਟਾਈਮ ਦੀ ਜਿਹੜੀ ਡਿਊਰੇਸ਼ਨ ਘਟਾ ਸਕਦੇ ਨੇ। ਸੋ ਜਿਸ ਤਰੀਕੇ ਨਾਲ ਮੈਂ ਹੁਣੇ ਗੱਲ ਕਰ ਰਿਹਾ ਸੀ ਕਿ ਯੂਕੇ ਵਾਲੇ ਬਹੁਤ ਸਿਆਣੇ ਨੇ ਕਿ ਇਹਨਾਂ ਨੇ ਪੈਸੇ ਵੱਧ ਦਿਓ ਤੇ ਵੀਜ਼ਾ ਦੀ ਡਿਊਰੇਸ਼ਨ ਘਟਾ ਲਓ। ਸੋ ਵੀਜ਼ਾ ਦੀ ਜਿਹੜੀ ਪੈਂਡੈਂਸੀ ਤੁਹਾਡੇ ਸਮਾਂ ਆ, ਟਰਨ ਅਰਾਊਂਡ ਪੀਰੀਅਡ ਆ ਵੀਜ਼ਾ ਡਿਲੀਵਰ ਕਰਨ ਦਾ, ਸੋ ਉਹ ਘਟਾ ਲਓ। ਸੋ ਕਿਤੇ ਨਾ ਕਿਤੇ ਸ਼ਾਇਦ ਅਮਰੀਕਾ ਵਾਲਿਆਂ ਨੇ ਵੀ ਇਹੀ ਗੱਲ ਫੋਲੋ ਕਰਨੀ ਸ਼ੁਰੂ ਕਰਤੀ ਹੈ ਕਿ ਤੁਸੀਂ ਪੈਸੇ ਦਿਓ ਤਾਂ ਪੱਕੇ ਹੋ ਜਾਓ,
ਸੋ ਇਮੀਗ੍ਰੇਸ਼ਨ ਦੇ ਵਿੱਚ ਪੈਸੇ ਲੈ ਕੇ ਪੱਕਾ ਹੋਣਾ ਇਨਵੈਸਟਰ ਕੈਟਾਗਰੀਜ਼ ਇਹ ਕਾਫੀ ਸਮੇਂ ਤੋਂ ਕਾਫੀ ਕੰਟਰੀਜ਼ ਦੀ ਇੱਕ ਪਸੰਦ ਰਹੀ ਹੈ ਬਿਕੋਜ਼ ਇਹਦੇ ਨਾਲ ਬਹੁਤ ਸਾਰਾ ਸਰਮਾਇਆ ਰਾਤੋਂ ਰਾਤ ਹਾਸਲ ਹੋ ਜਾਂਦਾ ਹੈ। ਕਈ ਵਾਰੀ ਦੇਖਣ ਚ ਆਉਂਦਾ ਹੈ ਕਿ ਲੋਕਾਂ ਨੂੰ ਬੜਾ ਸਮਝਾਇਆ ਜਾਂਦਾ ਹੈ ਕਿ ਤੁਸੀਂ ਗਲਤ ਤਰੀਕੇ ਦੇ ਨਾਲ ਕਿਸੇ ਵੀ ਦੇਸ਼ ਦਾ ਬਾਰਡਰ ਨਾ ਕ੍ਰਾਸ ਕਰੋ, ਬੜਾ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਸਹੀ ਤਰੀਕੇ ਦੇ ਨਾਲ ਜਾਓ, ਬਾਰ-ਬਾਰ ਅਖਬਾਰਾਂ 'ਚ ਖਬਰਾਂ 'ਚ ਅਸੀਂ ਏਜੰਟਾਂ ਦੇ ਜ਼ਰੀਏ ਵੀ ਸੁਣਦੇ ਹਾਂ ਕਿ ਸਹੀ ਤਰੀਕੇ ਨਾਲ ਜਾਓ, ਪਰ ਫਿਰ ਵੀ ਕਿਸੇ ਨਾ ਕਿਸੇ ਦਿਨ ਇਦਾਂ ਦੀ ਖਬਰ ਆ ਜਾਂਦੀ ਹੈ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੁੰਦੇ ਫੜੇ ਗਏ, ਛੋਟੇ-ਛੋਟੇ ਬੱਚਿਆਂ ਨੂੰ ਬਾਰਡਰ ਕ੍ਰਾਸ ਕਰਾਏ ਜਾ ਰਹੇ ਆ, ਕੀ ਕਹੋਗੇ? ਇਹ ਮੈਮ ਸਿਰਫ ਸੋਸ਼ਲ ਮੀਡੀਆ ਦੀ ਅਵੇਅਰਨੈਸ ਆ ਜਾਂ ਕੁਝ ਤੁਹਾਡੇ ਚੈਨਲਸ ਦੇ ਮਾਧਿਅਮ ਰਹੀ ਹੈ ਕਿ ਲੋਕ ਜਾਗਰੂਕ ਹੋ ਰਹੇ ਆ। ਤੁਸੀਂ ਸੋਚੋ ਕਿਸੇ ਜ਼ਮਾਨੇ 'ਚ ਪਤਾ ਨਹੀਂ ਲੱਗਦਾ ਹੁੰਦਾ ਸੀ, ਮਾਲਟਾ ਕਾਂਡ ਹੋ ਗਿਆ, ਕਦੀ ਪਨਾਮਾ ਕਾਂਡ ਹੋ ਗਿਆ। ਸੋ ਤੁਸੀਂ ਵੇਖੋ ਇਹ ਜਦੋਂ ਵੀ ਕੋਈ ਹੁੰਦਾ ਸੀ ਇਹਦੀ ਰਿਪੋਰਟ ਕੌਣ ਕਰਦਾ ਸੀ? ਰਿਪੋਰਟ ਹਮੇਸ਼ਾ ਸਰਵਾਈਵਰ ਕਰਦਾ ਸੀ ਜੀ ਕਿ ਪੂਰੀ ਕਿਸ਼ਤੀ ਡੁੱਬ ਗਈ ਜੀ, ਮੈਂ ਇਕੱਲਾ ਮਤਲਬ ਬਚ ਗਿਆ, ਮੈਂ ਇਸ ਤਰੀਕੇ ਨਾਲ, ਕਿਉਂਕਿ ਜਦੋਂ ਸਾਰੇ ਹੀ ਪਲਟੀ ਹੋ ਗਏ ਤੇ ਦੱਸਣ ਵਾਲਾ ਕੋਈ ਨਹੀਂ, ਬਿਲਕੁਲ ਕਿਸੇ ਪਾਸੇ ਰਿਪੋਰਟਿੰਗ ਧਿਆਨ ਹੀ ਨਹੀਂ ਆ। ਔਰ ਸਾਨੂੰ ਸ਼ਾਇਦ ਇਲਮ ਨਹੀਂ ਹੈਗਾ ਕਿ ਕਿੰਨੇ ਕੁ ਮਾਲਟੇ ਤੇ ਪਨਾਮੇ ਅਸਲ 'ਚ ਹੋ ਚੁੱਕੇ ਨੇ। ਬਹੁਤ ਸਾਰੇ ਮਾਵਾਂ ਦੇ ਪੁੱਤ ਗਾਇਬ ਨੇ ਔਰ ਇਹ ਬੜੇ ਲੰਬੇ ਸਮੇਂ ਤੋਂ ਤੁਸੀਂ ਅਗਰ ਪੁੱਛੋਗੇ ਕਈ ਪਿੰਡਾਂ 'ਚ ਜਾ ਕੇ ਤੁਹਾਨੂੰ ਇਹ ਖਬਰ ਮਿਲੇਗੀ ਕਿ ਮੁੰਡਾ ਕਿਤੇ ਜੇਲ੍ਹ 'ਚ ਆ ਜੀ, ਉਹ ਹਾਲੇ ਛੱਡਿਆ ਨਹੀਂ ਜੀ, ਉਹ ਪਿਛਲੇ ਕਈ ਸਾਲਾਂ ਤੋਂ ਜੇਲ੍ਹ 'ਚ ਆ ਜੀ। ਸੋ ਉਹ ਕਈ ਬੱਚੇ ਮਰ ਮੁੱਕ ਗਏ ਨੇ, ਸੋ ਕਈਆਂ ਦੇ ਨਾਮੋ ਨਿਸ਼ਾਨ ਨਹੀਂ ਹੈਗੇ, ਕਈਆਂ ਦਾ ਪਤਾ ਹੀ ਨਹੀਂ ਆ। ਸੋ ਇੱਕ ਜਿਹੜਾ ਇਹ ਸਾਰੇ ਦਾ ਸਾਰਾ ਜਿਹੜਾ ਕੰਮ ਹੈ ਇਹ ਬੇਸਿਕਲੀ ਟਰੈਵਲ ਟ੍ਰੇਡ ਦਾ, ਇਹਦੇ ਨਾਲ ਕਿਸੇ ਪਾਸੇ ਕੋਈ ਵਾਸਤਾ ਨਹੀਂ ਹੈਗਾ। ਹਾਲਾਂਕਿ ਕਹਿੰਦੇ ਉਹਨਾਂ ਨੂੰ ਵੀ ਟਰੈਵਲ ਏਜੰਟ ਹੀ ਹੈ, ਬਟ ਟਰੈਵਲ ਏਜੰਟ ਤੁਹਾਨੂੰ ਮਾਫੀਆ ਨਹੀਂ ਹੁੰਦਾ ਜੀ। ਸੋ ਇਹ ਸਾਰਾ ਮਾਫੀਆ ਦਾ ਕੰਮ ਹੈ, ਬਿਕੋਜ਼ ਮਾਫੀਆ ਜਿੱਦਾਂ ਦਾ ਸਾਡਾ ਸਮਾਜ ਆ, ਸੋ ਮਾਫੀਆ ਤਕਰੀਬਨ ਹਰ ਧੰਦੇ ਦੇ ਵਿੱਚ ਹੈ। ਸੋ ਅਗਰ ਤੁਸੀਂ ਮੈਡੀਕਲ ਲਾਈਨ 'ਚ ਵੇਖੋਗੇ ਉਹ 'ਚ ਮਾਫੀਆ ਆ, ਡਰੱਗਸ ਵਿੱਚ ਮਾਫੀਆ ਆ, ਪੱਤਰਕਾਰੀ ਦੇ ਵਿੱਚ ਮਾਫੀਆ ਆ, ਬਹੁਤ ਸਾਰੇ ਲੋਕ ਬਲੈਕਮੇਲ ਕਰਕੇ ਕੰਮ ਅੱਗੇ ਤੋਰਦੇ ਨੇ। ਸੋ ਸੇਮ ਤਰੀਕੇ ਨਾਲ ਇਹ ਟਰੈਵਲ ਟ੍ਰੇਡ ਦੇ ਵਿੱਚ ਵੀ ਮਾਫੀਆ ਆ ਜੀ। ਸੋ ਮਾਫੀਆ ਵਾਲੇ ਕੰਮ ਕਰਦੇ ਨੇ, ਲੋਕਾਂ ਨੂੰ ਲਿਓਰ ਕਰਦੇ ਨੇ। ਔਰ ਕਿਸੇ ਜ਼ਮਾਨੇ ਜਦੋਂ ਅਸੀਂ ਟ੍ਰੇਡ ਐਸਟੈਬਲਿਸ਼ ਕੀਤਾ ਸੀ, ਸਾਨੂੰ ਇਹ ਸਿੱਧ ਕਰਨਾ ਪੈਂਦਾ ਹੁੰਦਾ ਸੀ ਕਿ ਅੰਬੈਸੀ 'ਚ ਵੀਜ਼ਾ ਲੈਣਾ ਦਰੁਸਤ ਕੰਮ ਆ। ਔਰ ਜਿਹੜੇ ਪਿੰਡਾਂ ਵਾਲੇ ਬਾਬੇ ਸਾਨੂੰ ਬਜ਼ੁਰਗ ਕਈ ਕਹਿੰਦੇ ਹੁੰਦੇ ਸੀ, ਅੱਛਾ ਤੁਸੀਂ ਟਰਾਈ ਮਾਰਨ ਵਾਲੇ ਬੰਦੇ ਹੋ ਤੇ ਪੱਕਾ ਕੰਮ ਉਹਦਾ ਆ ਜਿਹੜਾ ਜਾ ਕੇ ਚੱਲ ਕੇ ਜਾ ਕੇ ਛੱਡ ਕੇ ਆਊਗਾ ਜੀ ਜੀ। ਸੋ ਤੁਸੀਂ ਪਰਸੈਪਸ਼ਨ ਵੇਖੋ ਕਿ ਸਾਡੀ ਸੁਸਾਇਟੀ ਨੂੰ ਕਿੱਡੀ ਕਿ ਜ਼ਬਰਦਸਤ ਜਿਹੜੀ ਟਰਾਂਸਫਾਰਮੇਸ਼ਨ ਦੀ ਲੋੜ ਹੈ। ਸੋ ਵੀ ਨੀਡ ਟੂ ਗ੍ਰੈਜੂਏਟ ਕਿ ਵੀ ਨੀਡ ਟੂ ਅੰਡਰਸਟੈਂਡ ਕਿ ਜਿਹੜਾ ਗਲਤ ਕੰਮ ਆ ਉਹ ਗਲਤ ਹੈ। ਸੋ ਹਾਲਾਂਕਿ ਤੁਹਾਨੂੰ ਬਹੁਤ ਸਾਰੇ ਤਰਕ ਸੁਣਨ ਨੂੰ ਜ਼ਰੂਰ ਮਿਲ ਜਾਣਗੇ, ਬਟ ਫਿਰ ਵੀ ਮੇਰੀ ਇਹੀ ਅਪੀਲ ਹੈ ਕਿ ਜਦੋਂ ਅੰਬੈਸੀ ਸਿੱਧੇ ਹੱਥ ਨਾਲ ਵੀਜ਼ਾ ਦਿੰਦੇ ਆ ਫਿਰ ਸਾਨੂੰ ਪੁੱਠਾ ਕਰਨਾ ਨਹੀਂ ਚਾਹੀਦਾ ਜੀ। ਸੋ ਅੰਬੈਸੀਆਂ ਦੇ ਏਡੇ ਏਡੇ ਵੱਡੇ ਨੰਬਰ ਆ, ਅਗਰ ਅਸੀਂ ਅਮਰੀਕਾ ਅੰਬੈਸੀ ਨੂੰ ਲੋਕੀ ਪੁੱਠੇ ਸਿੱਧੇ ਤਰੀਕੇ ਨਾਲ ਜਾਂਦੇ ਆ, 1 ਮਹੀਨੇ ਦੇ ਵਿੱਚ 1 ਲੱਖ ਵੀਜ਼ਾ ਗ੍ਰਾਂਟ ਕਰਨ ਵਾਲਾ ਕਿਹੜਾ ਮੁਲਕ ਆ? ਸੋ ਅਗਰ ਕੱਲੇ ਇੰਡੀਆ ਨੂੰ 1 ਮਹੀਨੇ 'ਚ 1 ਲੱਖ ਵੀਜ਼ਾ ਗ੍ਰਾਂਟ ਕੀਤਾ ਜਾਂਦਾ ਆ ਜੀ, ਤੇ ਸਾਨੂੰ ਲੱਗਦਾ ਕਿ ਸਾਨੂੰ ਕੋਈ ਪੁੱਠੇ ਸਿੱਧੇ ਤਰੀਕੇ ਅਪਣਾਉਣੇ ਚਾਹੀਦੇ ਆ। ਉਹ ਤਾਂ ਸਿਰਫ ਇਸ ਗੱਲ ਦਾ ਫਾਇਦਾ ਲਿਆ ਜਾਂਦਾ ਕਿ ਅਮਰੀਕਾ ਦੀ ਧਰਤੀ ਤੇ ਪੈਰ ਪੈ ਗਿਆ ਤੇ ਕੱਢ ਕੋਈ ਨਹੀਂ ਸਕਦਾ ਜੀ। ਸੋ ਪੁੱਠੇ ਸਿੱਧੇ ਤਰੀਕੇ ਨਾਲ ਜਾਣ ਦਾ ਰਾਹ ਲੱਭਿਆ ਹੋਇਆ। ਸੋ ਅਲਟੀਮੇਟਲੀ ਤੁਸੀਂ ਵੇਖੋ ਕਿ ਜਿਹੜੇ ਲੋਕ ਉੱਥੋਂ ਜਾਂਦੇ ਵੀ ਨੇ ਬਾਰਡਰ ਪਾਰ ਕਰਕੇ, ਉਹ 100% ਬੰਦੇ ਸਰੈਂਡਰ ਕਰਦੇ ਆ ਬਿਲਕੁਲ। ਸੋ ਜਾਂ ਉਹ ਰਾਹ 'ਚ ਮਰ ਮੁੱਕ ਜਾਂਦੇ ਨੇ, ਜਿਹੜੇ ਅਗਰ 20 ਨਗ ਚੱਲੇ ਸੀ ਉਹਦੇ 'ਚੋਂ 15 ਪਹੁੰਚ ਗਏ, ਉਹ 15 ਦੇ 15 ਹੀ ਉੱਥੇ ਹੱਥ ਖੜੇ ਕਰਕੇ ਪੁਲਿਸ ਨੂੰ ਜਾਂ ਜਿਹੜੀ ਲਾਈਕ ਬਾਰਡਰ ਗਾਰਡ ਹੈ ਉਹਨੂੰ ਸਰੈਂਡਰ ਕਰਦੇ ਆ। ਸੋ ਉੱਥੋਂ ਬਾਅਦ ਉਹਨਾਂ ਨੂੰ ਕੈਂਪ 'ਚ ਲਾਇਆ ਜਾਂਦਾ, ਉੱਥੋਂ ਜਾ ਕੇ ਫਿਰ ਉਹ ਬੇਲ ਆਊਟ ਹੁੰਦੇ ਨੇ ਜੀ, ਕਿਉਂਕਿ ਇਹਦੇ ਨਾਲ ਕੋਈ ਬੌਂਡ ਭਰਦਾ, ਕੋਈ ਬੇਲ ਉਹਨਾਂ ਦੀ ਦਿੰਦਾ ਹੈ ਤੇ ਉਹ ਫਿਰ ਮੁੱਖ ਧਾਰਾ ਦੇ ਵਿੱਚ ਸ਼ਾਮਲ ਹੁੰਦੇ ਆ। ਸੋ ਉੱਥੇ ਵੀ ਉਹਨਾਂ ਨੂੰ ਪਰਮਿਟ ਜ਼ਰੂਰ ਦੇ ਦਿੱਤਾ ਜਾਂਦਾ, ਪਰ ਉਹਨਾਂ ਦਾ ਅਸਾਈਲਮ ਦਾ ਕੇਸ ਪੈਂਦਾ ਆ ਬਿਲਕੁਲ। ਸੋ ਅਲਟੀਮੇਟਲੀ ਆਈ ਡੋਂਟ ਐਂਡੋਰਸ ਜਦੋਂ ਤੁਹਾਡੇ ਕੋਲ ਅਲੱਗ-ਅਲੱਗ ਰਸਤੇ ਨੇ ਜਾਣ ਦੇ। ਸੋ ਅਸੀਂ ਇਹਦੇ ਉੱਪਰ ਐਪਲੀਕੇਸ਼ਨਸ ਉੱਪਰ ਮਿਹਨਤ ਕਰ ਸਕਦੇ ਹਾਂ, ਅਸੀਂ ਐਪਲੀਕੇਸ਼ਨਸ ਨੂੰ ਇੰਪਰੂਵ ਕਰ ਸਕਦੇ ਹਾਂ ਔਰ ਫਾਈਨਲੀ ਵੀਜ਼ਾਸ ਲੈ ਸਕਦੇ ਹਾਂ। ਇੱਕ ਸਟਰੋਂਗ ਐਪਲੀਕੇਸ਼ਨ ਤੁਸੀਂ ਕਿਹਨੂੰ ਮੰਨਦੇ ਹੋ ਜਦੋਂ ਕਿਸੇ ਵੀ ਕੰਟਰੀ ਦੇ ਲਈ ਤੁਸੀਂ ਵੀਜ਼ਾ ਅਪਲਾਈ ਕਰਨਾ? ਆਪਾਂ ਸਟੂਡੈਂਟਸ ਦੀ ਗੱਲ ਕਰ ਲੈਂਦੇ ਹਾਂ, ਸਟਰੋਂਗ ਐਪਲੀਕੇਸ਼ਨ ਕਿਹਨੂੰ ਮੰਨਦੇ ਹੋ? ਮੈਮ ਬਹੁਤ ਈਜ਼ੀ ਟੂ ਡਿਫਾਈਨ, ਬਹੁਤ ਸੌਖਾ ਹੈ ਇਹਨਾਂ ਚੀਜ਼ਾਂ ਨੂੰ ਸਮਝਣਾ ਅਗਰ ਅਸੀਂ ਸਮਝਣਾ ਚਾਹੀਏ ਤੇ। ਸੋ ਜਦੋਂ ਵੀ ਅਸੀਂ ਕਿਸੇ ਨੇ ਵੀ ਅੰਬੈਸੀ ਦੇ ਵਿੱਚ ਅਪੀਅਰ ਹੋਣਾ ਵੀਜ਼ਾ ਲੈਣ ਲਈ, ਸਭ ਤੋਂ ਪਹਿਲੇ ਕੰਮ ਹੈ ਕਿ ਤੈਨੂੰ ਡਿਫਾਈਨ ਕਰਨਾ ਪਏਗਾ ਕਿ ਮੈਂ ਕਿਸ ਕੈਟਾਗਰੀ ਨੂੰ ਬਿਲੋਂਗ ਕਰਦਾ ਹਾਂ ਜੀ। ਸੋ ਅਗਰ ਤੁਸੀਂ ਯੰਗ ਹੋ, ਪੜ੍ਹਦੇ ਹੋ, ਤੁਸੀਂ ਸਟੂਡੈਂਟ ਹੋ। ਸੋ ਅਗਰ ਤੁਸੀਂ ਮੈਚਿਓਰ ਹੋ, ਯੂ ਆਰ ਮੇਕਿੰਗ ਮਨੀ, ਤੁਸੀਂ ਪੈਸਾ ਕਮਾ ਰਹੇ ਹੋ, ਸੋ ਤੁਸੀਂ ਟਰੈਵਲਰ ਹੋ ਜੀ, ਰਾਈਟ। ਇਸ ਤੋਂ ਇਲਾਵਾ ਤੁਸੀਂ ਇਨਵੈਸਟਰ ਹੋ, ਇਮੀਗ੍ਰੈਂਟ ਹੋ, ਮਤਲਬ ਬਹੁਤ ਸਾਰੀਆਂ ਕੈਟਾਗਰੀਜ਼ ਅਲੱਗ ਹੋ ਸਕਦੀਆਂ, ਕਿਸੇ ਦਾ ਫੈਮਿਲੀ ਦਾ ਕੇਸ ਹੈ। ਸੋ ਮੁੱਖ ਤੌਰ ਤੇ ਇੱਕ ਲੇਮੈਨ ਜਿਹਦਾ ਬਾਹਰ ਕੋਈ ਨਹੀਂ ਹੈਗਾ, ਉਹਦੇ ਲਈ ਆਹ 2 ਮੇਨ ਚੈਨਲ ਬਣ ਜਾਂਦੇ ਨੇ ਕਿ ਜਾਂ ਤੁਸੀਂ ਸਟੱਡੀ ਤੇ ਜਾ ਸਕਦੇ ਹੋ ਜਾਂ ਤੁਸੀਂ ਟੂਰਿਜ਼ਮ ਦੇ ਉੱਪਰ ਜਾ ਸਕਦੇ ਹੋ ਜੀ। ਹੁਣ ਟੂਰਿਜ਼ਮ ਦੇ ਉੱਪਰ ਜਿਹਨੇ ਜਾਣਾ ਆ
ਉਹਦੇ ਲਈ ਸਿਰਫ 2 ਚੀਜ਼ਾਂ ਸਿੱਧ ਕਰਨੀਆਂ ਨੇ, ਸਿਰਫ 2 ਜੀ। ਸੋ ਉਹਨਾਂ ਨੂੰ ਅਸੀਂ ਬੋਲਦੇ ਹਾਂ ਤੁਹਾਡੀਆਂ ਸੋਸ਼ਲ ਟਾਈਜ਼ ਤੇ ਤੁਹਾਡੀਆਂ ਇਕਨੋਮਿਕ ਟਾਈਜ਼। ਸੋਸ਼ਲ ਟਾਈਜ਼ ਤੋਂ ਕੀ ਭਾਵ ਆ? ਸੋਸ਼ਲ ਟਾਈਜ਼ ਤੋਂ ਭਾਵ ਹੈ ਕਿ ਤੁਸੀਂ ਜਿਹੜੇ ਸਮਾਜ ਦੇ ਵਿੱਚ ਰਹਿੰਦੇ ਹੋ, ਤੁਸੀਂ ਉਸ ਸਮਾਜ ਦਾ ਹਿੱਸਾ ਹੋ, ਤੁਸੀਂ ਵੈਲ ਐਸਟੈਬਲਿਸ਼ਡ ਹੋ, ਤੁਹਾਡੀ ਫੈਮਿਲੀ ਆ, ਤੁਹਾਡੀਆਂ ਫਰੈਂਡਸ ਨੇ, ਤੁਹਾਡੇ ਬਿਲੋਂਗਿੰਗਸ ਨੇ, ਤੁਹਾਡਾ ਕੁਛ ਨਾ ਕੁਛ ਕੰਮਕਾਰ ਹੈ। ਸੋ ਇਹਨੂੰ ਅਸੀਂ ਬੋਲਦੇ ਹਾਂ ਤੁਹਾਡੀਆਂ ਸੋਸ਼ਲ ਟਾਈਜ਼, ਕਿ ਤੁਸੀਂ ਇਸ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਹੋ। ਸੋ ਦੂਸਰੀਆਂ ਬੋਲਦੇ ਹਾਂ ਅਸੀਂ ਇਹਨੂੰ ਇਕਨੋਮਿਕ ਟਾਈਜ਼। ਇਕਨੋਮਿਕ ਟਾਈਜ਼ ਤੋਂ ਭਾਵ ਕੀ ਹੁੰਦਾ ਕਿ ਜਿਹੜੇ ਸਮਾਜ 'ਚ ਤੁਸੀਂ ਰਹਿੰਦੇ ਹੋ ਉੱਥੇ ਤੁਹਾਡੇ ਕੋਲ ਸਰਮਾਇਆ ਬਣਾਉਣ ਦਾ, ਪੈਸਾ ਕਮਾਉਣ ਦਾ ਇੱਕ ਐਸਾ ਕੋਈ ਨਾ ਕੋਈ ਤਰੀਕਾ ਤੁਸੀਂ ਲੱਭਿਆ ਹੈ ਜਿਹਦੇ ਉੱਪਰ ਕੀ ਪੈਸਾ ਆਟੋ ਪਾਇਲਟ ਦੇ ਰੂਪ ਵਿੱਚ ਇਕੱਠਾ ਹੋ ਰਿਹਾ ਹੈ ਜੀ। ਸੋ ਅਗਰ ਤੁਸੀਂ ਇਹ 2 ਚੀਜ਼ਾਂ ਸਿੱਧ ਕਰੋਗੇ ਕੋਈ ਵੀਜ਼ਾ ਰਿਫਿਊਜ਼ ਨਹੀਂ ਹੋਏਗਾ। ਅੱਛਾ ਜੀ। ਸੋ ਅਸੀਂ ਕਿਸ ਚੀਜ਼ 'ਚ ਫਸ ਜਾਂਦੇ ਹਾਂ? ਨਿੱਕੀਆਂ ਨਿੱਕੀਆਂ ਚੀਜ਼ਾਂ 'ਚ, ਕਿ ਬੈਂਕ 'ਚ ਪੈਸੇ ਕਿੰਨੇ ਚਾਹੀਦੇ ਜੀ, ਇੰਨੇ ਇਕੱਠੇ ਪਾ ਦਈਏ ਜੀ। ਸੋ ਕੰਮ ਕਰਕੇ ਸ਼ੋਅ ਕਰਨਾ, ਕਿਸੇ ਕੋਲ ਚਿੱਠੀ ਲੈ ਲਈਏ ਜੀ। ਸੋ ਜਦੋਂ ਸਾਨੂੰ ਇੱਕ ਵੱਡਾ ਸਿਨੈਰੀਓ ਨਹੀਂ ਪਤਾ ਕਿ ਅਸੀਂ ਸਿੱਧ ਕੀ ਕਰਨਾ, ਤਦ ਤੱਕ ਐਪਲੀਕੇਸ਼ਨਸ ਰੁਲਦੀਆਂ ਨੇ। ਸੋ ਦੂਸਰਾ ਹੈਗਾ ਸਟੂਡੈਂਟ। ਸਟੂਡੈਂਟ ਦੇ ਕੋਲ ਇਹ 2 ਚੀਜ਼ਾਂ ਤੇ ਹਰ ਇੱਕ ਬੰਦੇ ਨੂੰ ਚਾਹੀਦੀਆਂ ਨੇ, ਤੁਹਾਡੀਆਂ ਸੋਸ਼ਲ ਟਾਈਜ਼, ਤੁਹਾਡੀਆਂ ਇਕਨੋਮਿਕ ਟਾਈਜ਼। ਸਟੂਡੈਂਟ ਦੇ ਕੰਮ ਦੇ ਵਿੱਚ ਇੱਕ ਤੀਸਰੀ ਚੀਜ਼ ਆ, ਉਹਨੂੰ ਅਸੀਂ ਬੋਲਦੇ ਹਾਂ ਪ੍ਰੋਗਰੈਸ਼ਨ ਜੀ। ਪ੍ਰੋਗਰੈਸ਼ਨ ਦਾ ਮਤਲਬ ਹੈ ਕਿ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਇਹ ਕਿਉਂ ਪੜ੍ਹੀ ਸੀ, ਤੁਹਾਡੀ ਪ੍ਰਪੋਜ਼ਡ ਐਜੂਕੇਸ਼ਨ ਇਹ ਕਿਉਂ ਪੜ੍ਹਨੀ ਆ, ਔਰ ਇਹਨਾਂ ਦੋਨਾਂ ਨੂੰ ਮਿਲਾ ਕੇ ਤੁਹਾਡਾ ਇੱਕ ਫਿਊਚਰ ਤੈਅ ਹੋ ਰਿਹਾ ਕਿ ਮੈਂ ਫਿਊਚਰ ਦੇ ਵਿੱਚ ਆਹ ਵਾਲਾ ਕੰਮ ਕਰਨ ਦੇ ਕੈਪੇਬਲ ਹੋਊਂਗਾ ਜੀ। ਕੀ ਇਹਦੇ ਵਿੱਚ ਇੰਨਾ ਦਮ ਹੈਗਾ ਕਿ ਇਹ ਜੋ ਇਨਵੈਸਟਮੈਂਟ ਤੁਹਾਡੇ ਕੈਰੀਅਰ ਤੇ ਹੋਈ ਆ ਉਹਨੂੰ ਪੇਬੈਕ ਮਾਡਲ ਕੋਈ ਬਣਾ ਸਕੇ। ਸੋ ਇਹ ਹੈਗਾ ਪ੍ਰੋਗਰੈਸ਼ਨ ਵਾਲਾ ਜਿਹੜਾ ਮਾਡਲ ਹੈ। ਸੋ ਪ੍ਰੋਗਰੈਸ਼ਨ ਫਰਦਰ 2 ਤਰੀਕਿਆਂ ਦੀ ਹੁੰਦੀ ਹੈ, ਇੱਕ ਅਕੈਡਮਿਕ ਪ੍ਰੋਗਰੈਸ਼ਨ ਆ, ਇੱਕ ਕੈਰੀਅਰ ਪ੍ਰੋਗਰੈਸ਼ਨ ਆ। ਅਕੈਡਮਿਕ ਪ੍ਰੋਗਰੈਸ਼ਨ ਸਿੱਧਾ 10ਵੀਂ 12ਵੀਂ ਤੋਂ ਬਾਅਦ ਤੁਸੀਂ ਗ੍ਰੈਜੂਏਸ਼ਨ ਲਈ ਚੱਲਿਓ, ਇਹ ਅਕੈਡਮਿਕਲੀ ਤੁਸੀਂ ਪ੍ਰੋਗਰੈਸ ਕਰ ਰਹੇ ਹੋ। ਕੈਰੀਅਰ ਪ੍ਰੋਗਰੈਸ਼ਨ ਦੇ ਵਿੱਚ ਹੁੰਦਾ ਕਿ ਤੁਸੀਂ ਪੜ੍ਹੇ ਤੋਂ ਬਾਅਦ ਕੁਝ ਸਾਲ ਕੰਮ ਕੀਤਾ ਔਰ ਅੱਜ ਫਿਰ ਤੁਹਾਨੂੰ ਪੜ੍ਹਾਈ ਦੀ ਲੋੜ ਆ, ਜੋ ਕਿ ਜਿਹਦੇ ਨਾਲ ਤੁਹਾਡਾ ਇੱਕ ਅਲੱਗ ਮੁਕਾਮ ਹਾਸਲ ਹੋਣ ਵਾਲਾ ਆ। ਸੋ ਕੈਰੀਅਰ ਪ੍ਰੋਗਰੈਸ਼ਨ ਬਹੁਤ ਅਹਿਮ ਆ ਜੀ। ਸੋ ਅਗਰ ਇਹਨੂੰ ਅਸੀਂ ਚੈਪਟਰ ਬਣਾਉਣਾ ਹੋਵੇ ਤਾਂ ਤੁਸੀਂ ਇਹਨੂੰ ਸੌਖਾ ਕਲਾਸੀਫਾਈ ਕਰ ਸਕਦੇ ਹੋ ਜੀ, ਬਟ ਫਿਰ ਵੀ ਸਾਨੂੰ ਕਲਾਇੰਟ ਪੁਆਇੰਟ ਆਫ ਵਿਊ ਤੋਂ ਸਾਨੂੰ ਇਹਨੂੰ ਅਸੈਸ ਕਰਨਾ ਪੈਂਦਾ। ਸੋ ਅਸੀਂ ਡਾਕੂਮੈਂਟਸ ਕਹਿੰਦੇ ਹੁੰਦੇ ਕਿ ਸਾਨੂੰ ਜੋ ਤੁਹਾਡੇ ਕੋਲ ਹੈਗਾ ਡਾਕੂਮੈਂਟ ਇਦਾਂ ਦੇ ਦਿਓ ਜੀ। ਫਿਰ ਅਸੀਂ ਕਲਾਇੰਟ ਨੂੰ ਹੋਮਵਰਕ ਦਿੰਨੇ ਆ ਕਿ ਤੁਸੀਂ ਇਹਨੂੰ ਇਸ ਤਰੀਕੇ ਨਾਲ ਕਰਨਾ, ਇਹਨੂੰ ਇਸ ਤਰੀਕੇ ਨਾਲ ਕਰਨਾ, ਇਸ ਕੇਸ ਨੂੰ ਅਸੀਂ ਇੰਪਰੂਵ ਕਰਦੇ ਆ। ਔਰ ਅਕਸਰ ਸਵਾਲ ਹੁੰਦਾ ਕਿ ਵੀਜ਼ਾ ਲੈਣ ਨੂੰ ਸਮਾਂ ਕਿੰਨਾ ਕੁ ਲੱਗਦਾ ਹੈ ਜੀ, ਔਰ ਮੇਰਾ ਬਹੁਤ ਸਿੱਧਾ ਜਵਾਬ ਹੁੰਦਾ ਕਿ ਅਗਰ ਤੁਹਾਡਾ ਚੀਜ਼ਾਂ ਚੈਨਲਾਈਜ਼ ਹੋਣ ਨੂੰ 1 ਹਫ਼ਤਾ ਲੱਗਿਆ ਤਾਂ ਅਸੀਂ ਹਫ਼ਤੇ 'ਚ ਐਪਲੀਕੇਸ਼ਨ ਪਾ ਰਹੇ ਹਾਂ, ਔਰ ਅਗਰ ਤੁਹਾਡੀ ਐਪਲੀਕੇਸ਼ਨ ਤਿਆਰ ਹੋਣ ਨੂੰ 6 ਮਹੀਨੇ ਲੱਗ ਰਹੇ ਆ ਤਾਂ ਆਪਾਂ 6 ਮਹੀਨੇ ਬਾਅਦ ਅੰਬੈਸੀ ਜਾ ਰਹੇ ਹਾਂ ਜੀ। ਸੋ ਅੰਬੈਸੀ ਕਿੰਨਾ ਟਾਈਮ ਲਏਗੀ ਉਹ ਬਾਅਦ ਦੀ ਕਹਾਣੀ ਆ। ਸੋ ਉਸ ਤੋਂ ਪਹਿਲਾਂ ਸਾਡਾ ਖੁਦ ਦਾ ਇੱਕ ਕ੍ਰਾਈਟੇਰੀਆ ਹੈ, ਬਿਕੋਜ਼ ਜਦੋਂ ਕਲਾਇੰਟ ਸਾਡੇ ਕੋਲ ਆਉਂਦਾ ਆ ਨਾ ਕਲਾਇੰਟ ਦਾ ਵੀਜ਼ੇ ਤੋਂ ਬਿਨਾਂ ਸਰਦਾ ਆ ਨਾ ਸਾਡਾ ਵੀਜ਼ੇ ਤੋਂ ਬਿਨਾਂ ਸਰਦਾ ਆ। ਬਿਲਕੁਲ। ਸੋ ਸਾਡੇ ਦੋਨਾਂ ਦਾ ਜਦੋਂ ਮਤ ਇੱਕ ਹੋਏਗਾ ਉਦੋਂ ਐਪਲੀਕੇਸ਼ਨ ਰਿਜ਼ਲਟ ਆਟੋਮੈਟਿਕਲੀ ਚੰਗੇ ਆ ਜਾਣਗੇ। ਬਿਲਕੁਲ, ਬਹੁਤ ਵਧੀਆ ਲੱਗਾ, ਬਹੁਤ ਚੰਗੀ ਜਾਣਕਾਰੀ ਤੁਸੀਂ ਦਿੱਤੀ ਪ੍ਰੋਗਰਾਮ ਦੇ ਵਿੱਚ। ਅਰਵਿੰਦਰਪਾਲ ਜੀ ਤੁਸੀਂ ਆਏ, ਤੁਹਾਡਾ ਬਹੁਤ ਸ਼ੁਕਰੀਆ। ਸ਼ੁਕਰੀਆ ਮੈਮ, ਸਤਿ ਸ਼੍ਰੀ ਅਕਾਲ। ਪੰਜਾਬ ਅਬਰੋਡ ਪ੍ਰੋਗਰਾਮ ਇੱਥੇ ਖਤਮ ਕਰਦੀ ਹਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਤੁਸੀਂ ਆਗਿਆ। ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।